ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ। ਸਲੋਕ ਮਹੱਲਾ ਤੀਜਾ। ਸੂਹੈ ਵੇਸ ਦੁਹਾਗਣੀ ਪਰ ਪੇਰਾ ਰਾਵਣ ਜਾਏ। ਪੈਰ ਛੋਡਿਆ ਕਰ ਆਪਣਾ ਮੋਹੀ ਦੂਜੈ ਭਾਏ। ਸੂਹੈ ਵੇਸ ਦੁਹਾਗਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੋਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ। ਜੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਵਾਰ ਸੂਹੀ ਕੀ ਸੂਹੀ ਰਾਗ ਦੇ ਅੰਦਰ ਇਹ ਜਿਹੜੀ ਵਾਰ ਹੈ ਗੁਰਬਾਣੀ ਦੀ ਪ੍ਰਾਰੰਭਤਾ ਹੁੰਦੀ ਹੈ। ਗੁਰਬਾਣੀ ਦਾ ਨਾਮ ਹੈ ਵਾਰ। ਜਿਵੇਂ ਸ਼ੰਤ ਗੁਰਬਾਣੀ ਹੈ, ਚੌਪਦੇ ਗੁਰਬਾਣੀ ਹੈ, ਇਸੇ ਤਰ੍ਹਾਂ ਵਾਰ ਗੁਰਬਾਣੀ ਦਾ ਨਾਮ ਹੈ। ਸਲੋਕਾਂ ਨਾਲ ਜੋ ਸਲੋਕਾਂ ਦੇ ਨਾਲ ਹੈ। ਮਹੱਲਾ ਤੀਜਾ। ਅਤੇ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਇਹ ਉਚਾਰਨ ਕੀਤੀ ਹੋਈ ਹੈ। ਭਾਵ ਵਾਰ ਨਾਮ ਹੈ ਪੌੜੀਆਂ ਦਾ। ਸਾਰੀਆਂ ਪੌੜੀਆਂ ਤੀਸਰੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਈ ਵਾਰਾਂ ਸਲੋਕਾਂ ਤੋਂ ਬਿਨਾਂ ਵੀ ਹਨ। ਜਿਵੇਂ 22 ਵਾਰਾਂ ਦੇ ਵਿੱਚੋਂ ਜਿਹੜੀ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇਹ ਸਿਰਲੇਖ ਹੇਠ 966 ਅੰਗ ਦੇ ਉੱਪਰ ਦਰਜ ਹੈ। ਉਹ ਸਲੋਕਾਂ ਤੋਂ ਮਹੱਲਿਆਂ ਤੋਂ ਬਗੈਰ ਹੈ। ਅਤੇ ਜੋ ਬਸੰਤ ਕੀ ਵਾਰ ਮਹੱਲ ਪੰਜਵਾਂ ਇਹ ਸਿਰਲੇਖ ਹੇਠ ਦਰਜ ਹੈ ਸੋ 1193 ਅੰਗ ਉੱਪਰ ਸ਼ਸ਼ੋਭਤ ਹੈ। ਵਾਰ ਨਾਮ ਇਕੱਲੀਆਂ ਪੌੜੀਆਂ ਦਾ ਹੁੰਦਾ ਹੈ। ਭਾਵੇਂ ਸੂਹੀ ਰਾਗ ਦੀ ਵਾਰ ਇਕੱਲੀਆਂ ਪੌੜੀਆਂ ਹੀ ਨਹੀਂ ਬਲਕਿ ਸਲੋਕਾਂ ਦੇ ਨਾਲ ਵੀ ਹੈ। ਵਾਰ ਦਾ ਮਤਲਬ ਹੈ ਸੂਰਮਿਆਂ ਦਾ ਮੁਕਾਬਲਾ, ਜਿਹਦੇ ਵਿੱਚ ਮੁਕਾਬਲੇ ਦੀ ਵਾਰਤਾ ਹੋਵੇ ਅਤੇ ਇੱਕ ਦੂਜੇ 'ਤੇ ਵੱਧ ਕੇ ਵਾਰ ਕੀਤਾ ਜਾਏ। ਜਦੋਂ ਸੂਰਮੇ ਘਮਸਾਨ ਦਾ ਯੁੱਧ ਮਚਾਉਂਦੇ
ਇੱਕ ਦੂਜੇ ਦੇ ਵੱਧ ਕੇ ਵਾਰ ਕਰਦੇ ਨੇ ਅਤੇ ਢਾਡੀ ਲੋਕ ਉਹਨਾਂ ਦਾ ਜਸ ਗਾਉਂਦੇ ਨੇ, ਉਹਨੂੰ ਕਹਿੰਦੇ ਨੇ ਵਾਰ। ਇਹ ਗੁਰਬਾਣੀ ਦੀ ਗੁਰਮਤਿ ਦੀ ਵਾਰ ਹੈ। ਇਹਦੇ ਵਿੱਚ ਗੁਰਮੁਖਾਂ ਦਾ ਅਤੇ ਮਨਮੁਖਾਂ ਦਾ ਮੁਕਾਬਲਾ ਹੈ। ਜਿਹੜੇ ਮਨਮੁਖ ਨੇ ਉਹ ਆਪ ਦਾ ਪ੍ਰਭਾਵ ਪਾਉਣਾ ਚਾਹੁੰਦੇ ਨੇ, ਗੁਰਮੁਖ ਉਹਨਾਂ ਦੇ ਵਾਰ ਨੂੰ ਰੋਕਦੇ ਨੇ। ਸੋ ਇੱਕ ਦੂਜੇ ਦੇ ਵੱਧ ਕੇ ਵਾਰ ਹੁੰਦੇ ਨੇ। ਗੁਰਮੁਖਾਂ ਦੀ ਜਿੱਤ ਹੁੰਦੀ ਹੈ, ਮਨਮੁਖਾਂ ਦੀ ਹਾਰ ਹੁੰਦੀ ਹੈ। ਜਿਵੇਂ ਸ੍ਰੀ ਰਾਗ ਦੇ ਵਿੱਚ ਗੁਰੂ ਸਾਹਿਬਾਂ ਦਾ ਬਚਨ ਹੈ, ਹਉ ਗੋਸਾਈਂ ਦਾ ਪਹਿਲਵਾਨੜਾ। ਮੈਂ ਮਾਲਕ ਵਾਹਿਗੁਰੂ ਜੀ ਦਾ ਪਹਿਲਵਾਨ ਹਾਂ। ਮੈਂ ਗੁਰਮਿਲ ਉੱਚ ਦੁਮਾਲੜਾ। ਮੇਰਾ ਦਮਾਲਾ ਗੁਰੂ ਸਾਹਿਬ ਨਾਲ ਮਿਲ ਕੇ ਬੜਾ ਉੱਚਾ ਬਣਿਆ ਹੋਇਆ ਹੈ। ਜਿਹੜੀ ਦਸਤਾਰ ਹੈ, ਦੁਮਾਲਾ ਹੈ, ਇਹ 10 ਮੀਟਰ ਦਾ ਹੁੰਦਾ ਹੈ। ਭਾਵੇਂ ਇਕੱਠਾ 10 ਮੀਟਰ ਬੰਨ੍ਹ ਲਏ, ਆਪਾਂ ਕੀ ਕਰਦੇ ਹਾਂ 2.5 ਮੀਟਰ ਹੇਠਾਂ ਬੰਨੀ ਦਾ, ਅਤੇ ਜਿਹੜਾ ਬਾਕੀ ਬਚ ਗਿਆ 6.5 ਮੀਟਰ ਜਾਂ 7.5 ਮੀਟਰ ਉੱਪਰ ਬੰਨ੍ਹ ਲਈਦਾ। ਇਉਂ 10 ਮੀਟਰ ਦੀ ਸੰਪੂਰਨ ਦਸਤਾਰ, ਜਿਹਨੂੰ ਆਪਾਂ ਦਮਾਲਾ ਗੁਰਮੁਖੀ ਅੱਖਰਾਂ ਦੇ ਵਿੱਚ ਦਮਾਲਾ ਕਹਿੰਦੇ ਹਨ। ਨਿਹੰਗ ਸਿੰਘ ਇਹਨੂੰ ਦਮਾਲਾ ਕਹਿੰਦੇ ਨੇ। ਜਿਹੜਾ ਗੋਲ ਚੁੰਡੀਆਂ ਕੱਢ ਕੇ ਬੰਨਿਆ ਹੋਵੇ, ਚੰਗੂਠੀਆਂ ਲਾ ਕੇ, ਕੰਨਾਂ ਨੂੰ ਢੱਕ ਕੇ ਚੰਗੀ ਤਰ੍ਹਾਂ। ਤੇਰੀ ਦਸਤਾਰ ਉਹ ਸਾਡੇ ਵਰਗਿਆਂ ਦੀ ਅੱਧੇ ਕੁ ਕੰਨ ਢੱਕੇ ਹੁੰਦੇ, ਅੱਧੇ ਖਾਲੀ ਹੁੰਦੇ, ਉਹ ਨਾਰਮਲ ਜਿਹੀ ਹੁੰਦੀ ਹੈ। ਤੋ ਇੰਜ ਹਉ ਗੋਸਾਈਂ ਦਾ ਪਹਿਲਵਾਨੜਾ। ਮੈਂ ਗੁਰ ਮਿਲੋਚ ਦੁਮਾਲੜਾ। ਅੱਜ ਕੱਲ੍ਹ ਦੇ ਪਹਿਲਵਾਨ, ਇੱਥੇ ਇੱਕ ਨੌਜਵਾਨ ਆਇਆ, 7.5 ਫੁੱਟ ਉਹਦੀ ਹਾਈਟ ਸੀਗੀ। ਉਹਨੂੰ ਬੇਨਤੀ ਕੀਤੀ ਵੀ ਜਿੰਨਾ ਤੂੰ ਸੋਹਣਾ ਸੁਨੱਖਾ ਉੱਚਾ ਲੰਮਾ ਜਵਾਨ ਹੈ, ਅਤੇ ਜੇ ਤੂੰ ਸਿਰ ਨਾ ਕਟਾਏ, ਜੂੜਾ ਰੱਖ ਲਏ, ਦਸਤਾਰ ਬੰਨੇ, ਦਾੜਾ ਰੱਖ ਲਏ, ਅਤੇ ਕਿੰਨਾ ਸੋਹਣਾ ਹੋਰ ਵੀ ਲੱਗੇ। ਉਹ ਕਹਿਣ ਲੱਗਾ ਜੀ ਤੁਹਾਡੀ ਗੱਲ ਸਹੀ ਹੈ, ਅਤੇ ਪਰ ਮੈਂ ਕਬੱਡੀ ਖੇਡਦਾ ਹਾਂ। ਅੱਜ ਕੱਲ੍ਹ ਦੇ ਕਬੱਡੀ ਦੇ ਪਲੇਅਰ ਜਾਂ ਪਹਿਲਵਾਨ ਸਭ ਤੋਂ ਪਹਿਲਾਂ ਸਿਰ ਵਢਾਉਂਦੇ ਨੇ, ਕਿਉਂਕਿ ਉਸ ਤਰ੍ਹਾਂ ਦੀ ਦੁਨੀਆ, ਉਸ ਤਰ੍ਹਾਂ ਦਾ ਹੀ ਸਭ ਕੁਛ ਹੋ ਗਿਆ। ਜ਼ਰੂਰੀ ਨਹੀਂ ਵੀ ਸਿਰ ਵਢਾ ਕੇ ਹੀ ਭਲਵਾਨੀ ਕੀਤੀ ਜਾ ਸਕਦੀ ਹੈ। ਤੁਸੀਂ ਆਪਦੇ ਜੂੜੇ ਦੇ ਉੱਪਰ ਉਹ ਜਿਹੜੀ ਠੋਡੀ ਸਮੇਤ ਟੋਪੀ ਟਾਈਪ ਜੀ ਕਸਵੀਂ ਚੀਜ਼ ਹੁੰਦੀ ਹੈ, ਉਹਨੂੰ ਬੰਨ੍ਹ ਸਕਦੇ ਹੋ ਤਾਂ ਕਿ ਕੇਸਾਂ ਨੂੰ ਜੂੜੇ ਨਾਲ ਹੱਥ ਨਾ ਪਏ। ਇਸ ਤਰੀਕੇ ਦਾ ਕੋਈ ਜੁਗਾੜ ਲੜਾਇਆ ਜਾ ਸਕਦਾ। ਅਤੇ ਇਉਂ ਖੇਡਣ ਦੇ ਨਾਮ ਦੇ ਸਾਨੂੰ ਕੇਸ ਨਹੀਂ ਕਟਾਉਣੇ ਚਾਹੀਦੇ। ਮਹਾਰਾਜ ਨੇ ਦਮਾਲੇ ਦਾ ਨਾਮ ਲਿਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮੱਲ ਅਖਾੜੇ ਵਿੱਚ ਕੁਸ਼ਤੀਆਂ ਕਰਾਉਂਦੇ ਰਹੇ ਨੇ। ਉਹ ਘੋਨਿਆਂ ਦੀਆਂ ਤਾਂ ਨਹੀਂ ਕਰਾਉਂਦੇ ਹੋਣਗੇ, ਸਿੱਖ ਹੁੰਦੇ ਹੋਣਗੇ ਉਦੋਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਦਸਤਾਰਧਾਰੀ ਸਨ। ਪੈਂਦੇ ਖਾਂ ਵੀ ਦਸਤਾਰ ਵਾਲਾ, ਕੇਸਾਂ ਵਾਲਾ ਸੀਗਾ। ਇਉਂ ਭਲਵਾਨੀ ਦੇ ਨਾਮ ਦੇ ਨਹੀਂ ਕੇਸ ਕਟਾਉਣੇ ਚਾਹੀਦੇ। ਹਉ ਗੋਸਾਈਂ ਦਾ ਪਹਿਲਵਾਨੜਾ। ਮੈਂ ਗੁਰ ਮਿਲੋਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖਿਆ ਆਪ ਜੀਓ। ਬਾਤ ਸੋ ਇਹ ਮਹਾਰਾਜ ਸਾਹਿਬ ਜੀ ਨੇ ਸ਼ੁਭ ਬਚਨ ਉਚਾਰਨ ਕੀਤੇ ਹਨ। ਮਲਾਰ ਦੀ ਵਾਰ ਦੇ ਵਿੱਚ ਵੀ ਬਚਨ ਹੈ। ਕਹਿੰਦੇ ਨੇ ਕਿ ਗੁਰਮੁਖ ਜਿੱਤਾ ਮਨਮੁਖ ਹਾਰਿਆ। ਜਿਹੜੇ ਗੁਰਮੁਖ ਨੇ ਅਤੇ ਉਹ ਮੱਲ ਅਖਾੜੇ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਨੇ। ਆਪੇ ਹੀ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦਾ ਪੱਖ ਕਰਕੇ ਭਗਤਾਂ ਦਾ ਅੰਗੀਕਾਰ ਕਰੇ।
ਸੋ ਭਗਤਾਂ ਦਾ ਪੱਖ ਕਰਕੇ ਮਨਮੁਖਾਂ ਤੋਂ ਜਿੱਤ ਦਿਵਾਉਂਦਾ, ਜਾਂ ਵਿਵੇਕ ਅਤੇ ਮੋਹ ਦਾ ਮੁਕਾਬਲਾ ਹੈ। ਜਿਹੜੇ ਗੁਰਮੁਖ ਨੇ ਉਹ ਵਿਵੇਕੀ ਹੁੰਦੇ ਨੇ, ਗਿਆਨਵਾਨ ਹੁੰਦੇ ਨੇ, ਮਨਮੁਖ ਮੋਹ ਦੇ ਮਾਰੇ ਹੁੰਦੇ ਨੇ, ਜਿਸ ਕਰਕੇ ਮਨਮੁਖ ਹਾਰ ਜਾਂਦੇ ਨੇ, ਗੁਰਮੁਖ ਜਿੱਤ ਜਾਂਦੇ ਨੇ। ਜਿਵੇਂ ਭੀਮ ਸੈਨ ਅਤੇ ਦੁਰਯੋਧਨ ਦਾ ਆਪਸ ਵਿੱਚ ਮੁਕਾਬਲਾ ਹੋਇਆ, ਉਹਦੇ 'ਚ ਵੀ ਉਹਨਾਂ 12 ਹਾਥੀਆਂ ਜਿੰਨਾ ਬਲ ਅਤੇ ਉਹਦੇ 'ਚ ਵੀ ਉਹਨਾਂ ਸੀਗਾ। ਅਤੇ ਪਰ ਭੀਮ ਸੈਨ ਕਿਉਂ ਜਿੱਤਿਆ? ਕਿਉਂਕਿ ਭੀਮ ਸੈਨ ਧਰਮੀ ਬੰਦਾ ਸੀ, ਸੱਚਾ ਸੁੱਚਾ ਧਰਮ 'ਤੇ ਪਹਿਰਾ ਦੇਣ ਵਾਲਾ। ਦੁਰਯੋਧਨ ਝੂਠਾ ਬੰਦਾ ਸੀ, ਵਿਕਾਰੀ ਬੰਦਾ ਸੀ, ਦੁਸ਼ਟ ਸੀਗਾ, ਇਸ ਕਰਕੇ ਉਹਦੀ ਹਾਰ ਹੋਈ। ਇਉਂ ਜਿਹੜੇ ਲੱਭ ਅਤੇ ਕੁਛ ਸੀਗੇ ਉਹ ਜਤੀ ਸਤੀ ਮਹਾਂਪੁਰਖਾਂ ਦੇ ਕੋਲ ਰਹਿੰਦੇ, ਵਾਲਮੀਕ ਦੇ ਕੋਲ ਮਹਾਂਪੁਰਖ ਸਨ। ਇਸ ਕਰਕੇ ਜਿਸ ਰਾਮ ਨੇ ਵੇਖੋ ਰਾਵਣ ਨੂੰ ਨਹੀਂ ਛੱਡਿਆ, ਬਾਂਦਰਾਂ ਦੀ ਸੈਨਾ ਲੈ ਕੇ ਰਾਵਣ ਕੁੰਭਕਰਨ ਅਤੇ ਸਭ ਉਹਦਾ ਦਾ ਟੱਬਰ ਮਾਰ ਸੁੱਟਿਆ, ਉਹ ਲਵ ਕੁਸ਼ ਦੇ ਕੋਲੋਂ ਹਾਰ ਗਏ ਲਛਮਣ ਅਤੇ ਰਾਮ। ਕਿਉਂ? ਕਿਉਂਕਿ ਲਵ ਕੁਸ਼ ਜਤੀ ਸਤੀ ਸਨ। ਇੰਝ ਵਿਵੇਕ ਦਾ ਵੀ ਬੜਾ ਬਲ ਹੁੰਦਾ ਹੈ। ਮੋਹ ਦੀ ਹਾਰ ਹੁੰਦੀ ਹੈ, ਵਿਵੇਕ ਦੀ ਜਿੱਤ ਹੁੰਦੀ ਹੈ। ਐਸੀ ਵਾਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸੂਹੀ ਰਾਗ ਦੇ ਵਿੱਚ ਉਚਾਰਨ ਕਰ ਰਹੇ ਹਨ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਇਹ ਪਾਵਨ ਸ਼ਲੋਕ ਉਚਾਰਦੇ ਨੇ, ਜਿਨ੍ਹਾਂ ਦੇ ਕੋਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੇਅੰਤ ਸੰਗਤਾਂ ਅੰਮ੍ਰਿਤ ਉਪਦੇਸ਼ ਸੁਣ ਕੇ ਨਿਹਾਲ ਹੁੰਦੀਆਂ ਸਨ। ਇਹ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਮਾਇਕੀ ਰੰਗ ਨੂੰ ਝੂਠਾ ਅਤੇ ਭਗਤੀ ਦੇ ਮਜੀਠੀ ਰੰਗ ਨੂੰ ਪੱਕਾ ਦੱਸਦੇ ਹੋਏ ਪ੍ਰਕਰਨ ਬਣਾ ਕੇ ਪਰਮ ਪਵਿੱਤਰ ਉਪਦੇਸ਼ ਕਥਨ ਕਰਦੇ ਹਨ। ਸੂਹੈ ਵੇਸ ਦੁਹਾਗਣੀ। ਲਾਲ ਰੰਗ ਦੇ ਲਿਬਾਸ ਨੂੰ ਪਹਿਨ ਕੇ ਵੀ ਉਹ ਇਸਤਰੀ ਵਿਧਵਾ ਹੈ। ਪਰ ਪਿਰ ਰਾਵਣ ਜਾਏ। ਜੋ ਆਪਣੇ ਪਤੀ ਦੇ ਹੁੰਦਿਆਂ ਪਰਾਏ ਪਤੀ ਨੂੰ ਭੋਗਣ ਵਾਸਤੇ ਜਾਂਦੀ ਹੈ। ਭਾਵ ਸੂਹਾ ਵੇਸ ਵਿਆਹੀ ਹੋਈ ਇਸਤਰੀ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਜਿਹੜੀ ਨਵੀਂ ਵਿਆਹੀ ਵਹੁਟੀ ਹੈ ਉਹ ਸੂਹੇ ਕੱਪੜੇ ਪਾਉਂਦੀ ਹੈ। ਪਰ ਜੇ ਉਹ ਇਸਤਰੀ ਪਤਿਵਰਤਾ ਧਰਮ ਤੋਂ ਉਲਟ, ਲੋਕ ਰੀਤੀ ਧਰਮ ਤੋਂ ਉਲਟ ਪਰਾਏ ਪਤੀ ਨੂੰ ਭੋਗਦੀ ਹੈ ਤਾਂ ਉਹ ਵਿਧਵਾ ਹੀ ਸਮਝੀ ਜਾਂਦੀ ਹੈ। ਉਹ ਕਾਹਦੀ ਸੁਹਾਗਣ ਹੋਈ? ਤੋ ਮਾਂ ਪਿਓ ਨੇ ਸੋਹਣਾ ਬੜਾ ਪਤੀ ਦਿੱਤਾ ਹੈ, ਉਹਨੂੰ ਛੱਡ ਕੇ ਪਰਾਏ ਘਰਾਂ ਦੇ ਵਿੱਚ ਪਰਾਏ ਮਰਦਾਂ ਨਾਲ ਭੋਗ ਵਿਲਾਸ ਕਰਦੀ ਹੈ, ਉਹ ਵਿਧਵਾ ਹੀ ਸਮਝੋ। ਪੈਰ ਛੋਡਿਆ ਕਰ ਆਪਣਾ। ਆਪਣੇ ਘਰ ਦੇ ਵਿੱਚ ਸੋਹਣਾ ਸੁਨੱਖਾ ਪਤੀ ਤਾਂ ਛੱਡ ਦਿੱਤਾ ਹੈ, ਮੋਹੀ ਦੂਜਾ ਪਾਏ। ਤੇ ਦੂਜੇ ਪੁਰਖਾਂ ਦੇ ਨਾਲ ਪ੍ਰੇਮ ਕਰਕੇ ਉਹਨਾਂ ਦੇ ਵਿੱਚ ਹੀ ਮੋਹਿਤ ਹੋ ਗਈ ਹੈ। ਪਤੀ ਤਾਂ ਪਰਮੇਸ਼ਰ ਹੁੰਦਾ, ਸੋ ਇਉਂ ਪਤੀ ਪਰਮੇਸ਼ਰ ਨੂੰ ਛੱਡਿਆ ਹੋਇਆ ਹੈ ਅਤੇ ਦੂਜੇ ਪੁਰਖਾਂ ਦੇ ਵਿੱਚ ਪ੍ਰੇਮ ਕਰਕੇ ਉਹਨਾਂ ਦੇ ਮੋਹ ਦੇ ਵਿੱਚ ਹੀ ਮੋਹਿਤ ਹੋਈ ਪਈ ਹੈ। ਮਿੱਠਾ ਕਰਕੇ ਖਾਇਆ। ਹੁਣ ਤਾਂ ਉਹਨੇ ਪਰਾਏ ਪੁਰਖਾਂ ਦੀ ਕੁਸੰਗਤ ਕਰਕੇ ਵਿਸ਼ਿਆਂ ਦੇ ਭੋਗ ਵਿਲਾਸ ਨੂੰ ਬੜਾ ਸਵਾਦਿਸ਼ਟ ਮਿੱਠਾ ਜਾਣ ਕੇ ਖਾਧਾ ਪਾਪ ਹੋ ਗਿਆ ਹੈ। ਬਹੁਤ ਸਾਦਾ ਵਧਿਆ ਰੋਗਾ। ਪਰ ਇਹਨਾਂ ਭੋਗਾਂ ਦੇ ਸਵਾਦਾਂ ਕਰਕੇ ਬਹੁਤ ਸਾਰਾ ਰੋਗ ਹੀ ਵਧਿਆ ਹੈ। ਭੋਗੰ ਤਾਂ ਰੋਗੰ, ਜਿੰਨਾ ਇਨਸਾਨ ਭੋਗੀ ਹੋਵੇਗਾ ਓਨਾ ਰੋਗੀ ਹੋਵੇਗਾ। ਸੁਧ ਪਤਾਰ ਹਰ ਛੋਡਿਆ। ਤੋ ਮਾਪਿਆਂ ਦਾ ਦਿੱਤਾ ਹੋਇਆ ਜਿਹੜਾ ਨਿਰਦੋਸ਼ ਭੋਲਾ ਭਾਲਾ ਪਤੀ ਸੀ ਵਿਚਾਰਾ ਅਤੇ ਰੱਬ ਦਾ ਰੂਪ ਸੀਗਾ, ਉਹ ਪਤੀ ਉਹਨੇ ਛੱਡ ਦਿੱਤਾ ਹੈ। ਫਿਰ ਲੱਗਾ ਜਾਏ ਵਿਜੋਗਾ। ਅਤੇ ਫਿਰ ਮੁੜ ਉਹਨੂੰ ਪਤੀ ਦਾ ਵਿਛੋੜਾ ਹੀ ਲੱਗ ਜਾਂਦਾ ਹੈ। ਭਾਵ ਅਜਿਹੀ ਇਸਤਰੀ ਨੂੰ ਪਤੀ ਛੱਡ ਦਿੰਦਾ ਹੈ। ਪਤੀ ਦੀ ਛੱਡੀ ਹੋਈ ਇਸਤਰੀ ਨੂੰ
ਲੋਕ ਵੀ ਕਿਰਨਾਂ ਦੇ ਨਾਲ ਵੇਖਦੇ ਹਨ। ਇਸੇ ਪ੍ਰਕਾਰ ਸੂਹੈ ਵੇਸ ਦੁਹਾਗਣੀ। ਸੂਹੇ ਵੇਸ ਦਾ ਭਾਵ ਹੈ ਪਖੰਡ ਦਾ ਲਿਬਾਸ ਧਾਰਨ ਵਾਲੀ। ਉਹ ਜਿਹੜੀ ਜੀਵ ਰੂਪ ਇਸਤਰੀ ਹੈ ਇਹ ਖੋਟੇ ਭਾਗਾਂ ਵਾਲੀ ਹੈ। ਪਰ ਪਿਰ ਰਾਵਣ ਜਾਏ। ਜੋ ਕਿ ਪਤੀ ਪਰਮੇਸ਼ਰ ਨੂੰ ਤਿਆਗ ਕੇ ਪਰਾਏ ਪਤੀ ਭਾਵ ਦੇਵੀ ਦੇਵਤਿਆਂ ਭੂਤਾਂ ਪ੍ਰੇਤਾਂ ਦੇ ਆਨੰਦ ਨੂੰ ਭੋਗਣ ਲਈ ਜਾਂਦੀ ਹੈ। ਫਿਰ ਛੋਡਿਆ ਘਰ ਆਪਣਾ। ਜੋ ਪਤੀ ਪਰਮੇਸ਼ਰ ਆਪਣੇ ਅੰਤःਕਰਨ ਦਾ ਸਾਖੀ ਰੂਪ ਹੈ ਜਾਂ ਜੋ ਸਾਧ ਸੰਗਤ ਰੂਪ ਘਰ ਵਿੱਚ ਨਿਵਾਸ ਕਰਦਾ ਉਹਨੂੰ ਛੱਡ ਦਿੱਤਾ ਹੈ। ਉਹੀ ਦੂਜਾ ਪਾਏ। ਅਤੇ ਦਵੈਤ ਭਾਵ ਦੇ ਵਿੱਚ ਉਹਦੀ ਚਿੱਤ ਦੀ ਬਿਰਤੀ ਮੋਹਿਤ ਕੀਤੀ ਹੋਈ ਹੈ। ਮਿੱਠਾ ਕਰਕੇ ਖਾਇਆ। ਜਿਹੜੇ ਵਿਕਾਰਾਂ ਨੂੰ ਮਿੱਠਾ ਮੰਨ ਕੇ ਖਾਧਾ ਪਾ ਭੋਗਿਆ ਹੈ। ਬਹੁ ਸਾਤੋਂ ਵਧਿਆ ਰੋਗਾ। ਉਹਨਾਂ ਵਿਕਾਰਾਂ ਦੇ ਬਹੁਤੇ ਸਵਾਦਾਂ ਕਰਕੇ ਜੰਮਣ ਮਰਨ ਅਗਿਆਨ ਦਾ ਰੋਗ ਹੋਰ ਵੱਧ ਗਿਆ ਹੈ। ਸੁਧ ਪਤਾਰ ਹਰ ਛੋਡਿਆ। ਸ਼ੁੱਧ ਸਰੂਪ ਪਤੀ ਪਰਮੇਸ਼ਰ ਛੱਡ ਦਿੱਤਾ ਭਾਵ ਉਸ ਤੋਂ ਜੀਵ ਰੂਪ ਇਸਤਰੀ ਬੇਮੁਖ ਹੋ ਗਈ ਹੈ। ਹਾ ਫਿਰ ਲੱਗਾ ਜੈਵ ਜੋਗਾ। ਜਿਸ ਕਰਕੇ ਫਿਰ ਮੁੜ ਪਰਮੇਸ਼ਰ ਨਾਲ ਮਿਲਣ ਵੱਲੋਂ ਵਿਛੋੜਾ ਲੱਗ ਜਾਂਦਾ ਹੈ। ਗੁਰਮੁਖ ਹੋਵੈ ਸੋ ਪਲਟਿਆ। ਜੋ ਜੀਵ ਰੂਪ ਇਸਤਰੀ ਗੁਰਮੁਖਤਾਈ ਵਾਲੀ ਜਾਂ ਗੁਰਾਂ ਦੇ ਅਨੁਸਾਰ ਹੁੰਦੀ ਹੈ ਉਹਨੇ ਸੰਸਾਰ ਵੱਲੋਂ ਆਪਣੀ ਬਿਰਤੀ ਨੂੰ ਉਲਟਾਇਆ ਹੋਇਆ ਹੈ। ਹਰ ਰਾਤੀ ਸਾਜ ਸਿੰਗਾਰ। ਗੁਣਾਂ ਦਾ ਸਾਜ ਤੇ ਜਪ ਤਪ ਰੂਪ ਸ਼ਿੰਗਾਰ ਨਾਲ ਜਾਂ ਸ਼ੁਭ ਗੁਣਾ ਰੂਪ ਸ਼ਿੰਗਾਰ ਬਣਾ ਕੇ ਉਹਦੀ ਬੁੱਧੀ ਪਰਮੇਸ਼ਰ ਵਿੱਚ ਰੰਗੀ ਗਈ ਹੈ। ਜਾਂ ਗੁਰਮੁਖ ਰੂਪ ਸੁਹਾਗਣ ਇਸਤਰੀ ਪਰਮੇਸ਼ਰ ਵਿੱਚ ਰੰਗੀ ਗਈ ਹੈ। ਸਹਿਜ ਸੱਚ ਫਿਰ ਰਾਵਿਆ। ਸੋ ਉਹਨੇ ਸੱਚੇ ਪਤੀ ਪਰਮੇਸ਼ਰ ਉੱਪਰ ਨਿਸ਼ਚਾ ਕਰਕੇ ਉਸ ਦੇ ਆਨੰਦ ਨੂੰ ਗੁਰੂ ਦੇ ਉਪਦੇਸ਼ ਦੁਆਰਾ ਮੰਨਣਾ ਕੀਤਾ ਹੈ। ਹਰ ਨਾਮਾ ਔਰ ਧਾਰ। ਉਹਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਸ਼ਾਂਤੀ ਪੂਰਵਕ ਸੱਚੇ ਪਤੀ ਪਰਮੇਸ਼ਰ ਦੇ ਨਿਸ਼ਚਾ ਕਰਕੇ ਉਹਦੇ ਆਨੰਦ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਮਾਣਿਆ ਹੈ। ਆਗਿਆਕਾਰੀ ਸਦਾ ਸੁਹਾਗਣ। ਜੋ ਪਤੀ ਦੀ ਆਗਿਆ ਮੰਨਣ ਵਾਲੀ ਹੈ ਉਹ ਸਦਾ ਹੀ ਸੁਹਾਗਵੰਤੀ ਹੈ। ਜਾਂ ਪਰਮੇਸ਼ਰ ਦੇ ਸੁਹਾਗ ਨਾਮ ਹੈ ਆਨੰਦ। ਸੁਹਾਗਾ ਨਾਮ ਹੈ ਆਨੰਦ ਵਾਲੀ ਹੋਈ ਹੈ। ਆਪ ਮਿਲੀ ਕਰਤਾਰ। ਕਰਤਾਰ ਪਰਮੇਸ਼ਰ ਨੇ ਉਹ ਜਿਹੜੀ ਜਗਿਆਸੂ ਇਸਤਰੀ ਹੈ ਖੁਦ ਆਪ ਆਪਣੇ ਨਾਲ ਮਿਲਣਾ ਕੀਤੀ ਹੈ। ਨਾਨਕ ਪਿਰ ਪਾਇਆ ਹਰ ਸਾਚਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਜੀਵ ਰੂਪ ਇਸਤਰੀ ਨੇ ਸੱਚਾ ਪਤੀ ਹਰੀ ਪਰਮੇਸ਼ਰ ਪਾਇਆ ਹੈ ਸਦਾ ਸੁਹਾਗਣ ਨਾਰ। ਉਹ ਇਸਤਰੀ ਸਦਾ ਹੀ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਹੋਈ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫਰਮਾਨ ਕਰਦੇ ਨੇ। ਸੂਹਵੀਏ ਨੇ ਮਾਣੀਏ। ਇਹ ਜੀਵ ਰੂਪ ਸੂਹੇ ਵੇਸ ਵਾਲੀ ਪਖੰਡ ਦੇ ਲਿਬਾਸ ਵਾਲੀ ਵਿਚਾਰੀਏ ਇਸਤਰੀਏ ਇਸੇ ਪ੍ਰਕਾਰ ਸੂਹਵੀਏ ਨੇ ਮਾਣੀਏ। ਗਿਆਨ ਰੂਪ ਮਾਨ ਤੋਂ ਰਹਿਤ ਭਾਵ ਅਗਿਆਨਨ ਇਸਤਰੀਏ। ਸਾਹੋ ਸਦਾ ਸੰਭਾਲ। ਉਹ ਪਤੀ ਪਰਮੇਸ਼ਰ ਹਮੇਸ਼ਾ ਤੂੰ ਸੰਭਾਲਣਾ ਕਰ
ਭਾਵ ਯਾਦ ਕਰ। ਨਾਨਕ ਜਨਮ ਸਵਾਰੈ ਆਪਣਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਸ ਤਰੀਕੇ ਨਾਲ ਤੂੰ ਆਪ ਦਾ ਜਨਮ ਸੰਵਾਰ ਲਵੇਂਗੀ ਕੁਲ ਭੀ ਛੁੱਟੀ ਨਾਲ। ਅਤੇ ਤੇਰੀ ਕੁਲ ਵੀ ਨਾਲ ਹੀ ਛੁੱਟ ਜਾਵੇਗੀ। ਜਾਂ ਦੇਵੀ ਸੰਪਦਾ ਰੂਪ ਕੁਲ ਆਸੁਰੀ ਸੰਪਦਾ ਦੀ ਕੈਦ ਤੋਂ ਛੁੱਟ ਜਾਵੇਗੀ। ਪੌੜੀ ਇਹ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਓ ਹੀ ਉਚਾਰ ਰਹੇ ਨੇ। ਸ਼ਲੋਕ ਵੀ ਤੀਜੇ ਪਾਤਸ਼ਾਹ ਦਾ ਆਇਆ, ਮਹੱਲਾ ਵੀ ਤੇ ਆ ਪੌੜੀਆਂ ਦਾ ਹੈ ਹੀ ਤੀਜੇ ਪਾਤਸ਼ਾਹ ਜੀ ਦੀਆਂ ਹਨ। ਆਪੇ ਤਖਤ ਰਚਾਇਓ ਨਾ। ਪਰਮੇਸ਼ਰ ਨੇ ਆਪ ਹੀ ਸੰਸਾਰ ਰੂਪੀ ਤਖਤ ਰਚਾਇਆ ਹੈ। ਆਕਾਸ ਪਤਾਲਾ ਇਹ ਸੰਸਾਰ ਦਾ ਤਖਤ ਬਣਾਉਣਾ ਕੀਤਾ ਤੇ ਉੱਪਰ ਆਕਾਸ਼ ਰੂਪੀ ਚੰਦੋਆ ਤਾਣਿਆ ਹੈ ਤੇ ਨੀਚੇ ਪਤਾਲ ਰੂਪੀ ਗਲੀਚਾ ਵਿਛਾਉਣਾ ਕੀਤਾ ਹੈ। ਹੁਕਮੇ ਧਰਤੀ ਸਾਜੀਅਨ। ਆਪਣੇ ਹੁਕਮ ਦੇ ਵਿੱਚ ਪ੍ਰਤੱਖ ਧਰਤੀ ਸਾਜਣਾ ਕੀਤੀ ਹੈ। ਸੱਚੀ ਧਰਮਸ਼ਾਲਾ ਜੋ ਸੱਚੀ ਅਤੇ ਧਰਮ ਦੀ ਜਗ੍ਹਾ ਬਣਾਈ ਹੋਈ ਹੈ। ਜਾਂ ਭਾਰਤ ਖੰਡ ਮਨੁੱਖਾ ਜਨਮ ਰੂਪੀ ਧਰਮ ਦੀ ਜਗ੍ਹਾ ਇਹ ਬਣਾਈ ਹੋਈ ਹੈ। ਇਸੇ ਪ੍ਰਕਾਰ ਹੁਕਮੇ ਧਰਤੀ ਸਾਜੀਅਨ। ਆਪੇ ਤਖਤ ਰਚਾਇਓ ਨਾ। ਪਰਮੇਸ਼ਰ ਨੇ ਆਪ ਹੀ ਸੰਤਾਂ ਮਹਾਂਪੁਰਖਾਂ ਦਾ ਹਿਰਦਾ ਰੂਪ ਤਖਤ ਆਪਣੇ ਅਸਤਿਤ ਹੋਣ ਲਈ ਰਚਾਉਣਾ ਕੀਤਾ, ਬਣਾਉਣਾ ਕੀਤਾ ਹੈ। ਆਕਾਸ ਪਤਾਲਾ ਜੋ ਆਕਾਸ਼ ਦੀ ਤਰ੍ਹਾਂ ਨਿਰਖੋਭ ਤੇ ਪਤਾਲ ਦੀ ਤਰ੍ਹਾਂ ਨਿਮਰਤਾ ਵਾਲਾ ਹੈ। ਹੁਕਮੇ ਧਰਤੀ ਸਾਜੀਅਨ। ਆਪਣੇ ਹੁਕਮ ਦੁਆਰਾ ਬੁੱਧੀ ਰੂਪ ਧਰਤੀ ਜਾਂ ਪਹਿਲੀ ਭੂਮਿਕਾ, ਦੂਜੀ ਭੂਮਿਕਾ, ਤੀਜੀ, ਚੌਥੀ ਭੂਮਿਕਾ ਰੂਪ ਧਰਤੀ ਇਹ ਸਾਜਣਾ ਕੀਤੀ ਹੈ। ਸੱਚੀ ਧਰਮਸ਼ਾਲਾ ਸਾਧ ਸੰਗਤ ਰੂਪ ਸੱਚੀ ਧਰਮ ਦੀ ਜਗ੍ਹਾ ਬਣਾਉਣਾ ਕੀਤੀ ਹੈ। ਆਪੇ ਉਪਾਏ ਖੁਪਾਏਂਦਾ। ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਨਾਸ਼ ਕਰਦਾ ਹੈ। ਸੱਚੇ ਦੀਨ ਦਿਆਲਾ ਇਹ ਗਰੀਬਾਂ ਦੀ ਦਿਆਲਤਾ ਕਰਨ ਵਾਲੇ ਸੱਚੇ ਪਰਮੇਸ਼ਰ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਨਾਸ਼ ਕਰਦਾ ਜਾਂ ਪੈਦਾ ਹੋਏ ਕਾਮ ਕ੍ਰੋਧ ਆਦਿਕਾਂ ਨੂੰ ਵਿਵੇਕ ਵੈਰਾਗ ਬ੍ਰਹਮ ਗਿਆਨ ਦੁਆਰਾ ਨਾਸ਼ ਕਰ ਦਿੰਦਾ ਹੈ। ਇਹ ਸੱਚੇ ਦੀਨ ਦਿਆਲ ਪਰਮੇਸ਼ਰ ਸਭਨਾ ਰਿਜਕ ਸੰਭਾਹੇਂਦਾ। ਇਹ ਪਰਮੇਸ਼ਰ ਤੂੰ ਸਭਨਾਂ ਦੇ ਤਾਈਂ ਰੋਜੀ ਪੜਾਉਂਦਾ ਹੈ। ਤੇਰਾ ਹੁਕਮ ਨਿਰਾਲਾ। ਤੇਰਾ ਹੁਕਮ ਸਾਰਿਆਂ ਤੋਂ ਨਿਆਰਾ ਹੀ ਹੈ, ਵੱਖਰਾ ਹੀ ਹੈ। ਆਪੇ ਆਪ ਵਰਤਦਾ। ਤੂੰ ਆਪਣਾ ਆਪ ਆਤਮਾ ਰੂਪ ਹੋ ਕੇ ਸਭ ਥਾਈਂ ਵਰਤ ਰਿਹਾ ਹੈ। ਆਪੇ ਪ੍ਰਤਪਾਲਾ ਤੇ ਆਪ ਹੀ ਸਭਨਾਂ ਦੀ ਪਾਲਣਾ ਕਰਦਾ ਹੈ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਦੂਜਾ ਸ਼ਲੋਕ ਉਚਾਰ ਰਹੇ ਹਨ। ਸੂਹਬ ਤਾਂ ਸੁਹਾਗਣੀ। ਇਹ ਸੂਹੇ ਵੇਸ ਵਾਲੀ ਜੀਵ ਰੂਪ ਇਸਤਰੀਏ ਤੂੰ ਤਾਂ ਹੀ ਸੁਹਾਗਵੰਤੀ ਪਰਮੇਸ਼ਰ ਦੀ ਆਨੰਦ ਵਾਲੀ ਹੋ ਸਕਦੀ ਹੈ। ਜਾਂ ਮੰਨ ਲੈ ਸਚ ਨਾਉ। ਜਦ ਤੂੰ ਸੱਚਾ ਨਾਮ ਆਪਣੇ ਹਿਰਦੇ ਵਿੱਚ ਮੰਨ ਲੈਣਾ ਕਰੇਂਗੀ ਜਾਂ ਪਹਿਲਾਂ ਸ਼ਰਧਾ ਤੇ ਵਿਸ਼ਵਾਸ ਰੂਪ ਕਰਨਾ ਨਾਲ ਸੱਚਾ ਨਾਮ ਸਰਵਣ ਕਰਕੇ ਫਿਰ ਭੇਦ ਦੀਆਂ ਬਾਧਕ ਅਤੇ ਅਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਸੱਚੇ ਨਾਮ ਦਾ ਮੰਨਣ ਲੈਣਾ ਕਰੇਂਗੇ, ਮੰਨ ਲੈਣਾ ਕਰੇਂਗੇ ਤਾਂ ਹੀ ਸੂ ਹੈ ਵੇਸ ਵਾਲੀ ਤੂੰ ਸੁਹਾਗ ਮੰਨਦੀ
ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਵਾਲੀ ਹੋ ਸਕਦੀ ਹੈ। ਸਤਿਗੁਰ ਆਪਣਾ ਮਨਾਏ ਲੈ, ਸੱਚੇ ਗੁਰੂ ਨੂੰ ਆਪਣਾ ਆਸਰਾ ਜਾਣ ਕੇ ਮਨਾ ਲੈ, ਪਾਪ ਪ੍ਰਸੰਨ ਕਰ ਲੈ। ਰੂਪ ਚੜੀ ਤਾਂ ਅਗਲਾ, ਤਾਂ ਬਹੁਤਾ ਹੀ ਦਿਲ ਦੀ ਸਫਾਈ ਰੂਪ, ਸੁੰਦਰ ਰੂਪ ਦਾ ਰੰਗ ਤੇਰੇ ਉੱਪਰ ਚੜ੍ਹੇਗਾ। ਜਾਂ ਪਹਿਲਾਂ ਅਨਾਦਿ ਰੂਪ ਜੋ ਪਰਮੇਸ਼ਰ ਹੈ ਉਸ ਦੀ ਜਿਹੜੀ ਪ੍ਰਾਪਤੀ ਹੈ, ਤੇ ਇਹ ਪ੍ਰਾਪਤੀ ਰੂਪ ਜਾਂ ਭਗਤੀ ਰੂਪ ਸੁੰਦਰ ਰੂਪ ਤੇਰਾ ਚੜ੍ਹੇਗਾ। ਉਸ ਗੁਰੂ ਤੋਂ ਬਿਨਾਂ ਇਸ ਰੰਗ ਨੂੰ ਚਾੜ੍ਹਨ ਲਈ ਦੂਜਾ ਨਹੀਂ ਥਾਉ, ਦੂਜਾ ਹੋਰ ਕੋਈ ਵੀ ਥਾਂ ਨਹੀਂ ਹੈ। ਐਸਾ ਸਿੰਗਾਰ ਬਣਾਏ ਤੂੰ ਅਜਿਹਾ ਜਪ ਤਪ ਜਾਂ ਸਾਧਨਾ ਰੂਪ ਸ਼ਿੰਗਾਰ ਬਣਾ, ਮੈਲਾ ਕਦੇ ਨਾ ਹੋਵਈ, ਜੋ ਕਦੇ ਵੀ ਮੈਲਾ ਨਹੀਂ ਹੁੰਦਾ। ਐਹਨਿਸ ਲਾਗੈ ਪਾਉ, ਜਿਸ ਕਰਕੇ ਦਿਨ ਰਾਤ ਪਤੀ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਵੇ ਜਾਂ ਪ੍ਰੇਮ ਲੱਗ ਜਾਂਦਾ ਹੈ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ। ਸਤਿਗੁਰੂ ਸਾਹਿਬ ਜੀ ਪ੍ਰਸ਼ਨ ਰੂਪ ਚ ਕਥਨ ਕਰਦੇ ਨੇ ਕਿ ਸੁਹਾਗਮੰਤੀ ਪਰਮੇਸ਼ਰ ਦੀ ਆਨੰਦ ਵਾਲੀ ਜੀਵ ਰੂਪ ਇਸਤਰੀ ਦਾ ਕੀ ਲੱਛਣ ਹੈ। ਇਹ ਸਵਾਲ ਕਰਦੇ ਨੇ ਆਪ ਹੀ। ਹੁਣ ਅਗਲੀ ਪੰਕਤੀ ਵਿੱਚ ਉਹਦਾ ਉੱਤਰ ਬਖਸ਼ਦੇ ਨੇ। ਅੰਦਰ ਮੋ ਸੱਚ ਮੁਖ ਉਜਲਾ, ਉਹਦਾ ਕੀ ਲੱਛਣ ਹੈ ਚੰਗੀ ਇਸਤਰੀ ਦਾ, ਸੁਹਾਗਮੰਤੀ ਬੀਬੀ ਦਾ, ਕਿ ਜਿਹੜਾ ਉਹਦਾ ਦਿਲ ਹੁੰਦਾ ਹੈ, ਅੰਦਰ ਹੁੰਦਾ ਹੈ, ਉਹ ਵੀ ਸੱਚਾ ਹੁੰਦਾ ਹੈ, ਜਾਂ ਉਹਦੇ ਅੰਦਰ ਵੀ ਸੱਚਾ ਵਾਹਿਗੁਰੂ ਵਸਿਆ ਹੋਇਆ। ਜਿਸ ਤਰ੍ਹਾਂ ਬੀਬੀ ਭਾਨੀ ਜੀ ਸਨ, ਉਹ ਇੰਨੇ ਚੰਗੇ ਸਨ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੇਵਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣ ਦੀ, ਗੁਰੂ ਸਾਹਿਬ ਦੇ ਵਸਤਰ ਬਦਲ ਕੇ ਅਤੇ ਲੱਥੇ ਵਸਤਰ ਧੋ ਕੇ ਸਾਫ ਪਵਾਉਣ ਦੀ, ਚੁੱਲ੍ਹੇ ਚੌਂਕੇ ਦੀ ਸੇਵਾ ਕਰਨ ਦੀ, ਉਹ ਬੀਬੀ ਭਾਨੀ ਜੀ। ਸੋ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਤਿਵੇਂ ਤਨਦੇਹੀ ਨਾਲ ਕਰਦੇ। ਭੈਣਾਂ ਵਿਆਹ ਤੋਂ ਪਹਿਲਾਂ ਦਾ ਸੇਵਾ ਕਰ ਸਕਦੀਆਂ ਨੇ ਪੇਕਿਆਂ ਦੀ, ਪਰ ਵਿਆਹ ਤੋਂ ਬਾਅਦ ਤਾਂ ਔਖਾ ਹੋ ਜਾਂਦਾ। ਹੁਣ ਸਹੁਰਾ ਘਰ ਵੀ ਵੇਖਣਾ ਹੋਇਆ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਵੀ ਸੇਵਾ ਵਾਲਾ ਹੋਣ ਕਰਕੇ ਉਹ ਵੀ ਮਹਾਰਾਜ ਦੇ ਚਰਨਾਂ 'ਚ ਹੀ ਰਹਿੰਦੇ ਸੀਗੇ। ਅਤੇ ਬੀਬੀ ਭਾਨੀ ਸ਼ਾਦੀ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਸੇਵਾ ਕਰਦੀ ਰਹੀ। ਫਿਰ ਦੋਵਾਂ ਜੀਆਂ ਨੇ ਰਲ ਕੇ ਇੰਨੀ ਮਹਾਨ ਖੁਸ਼ੀ ਗੁਰੂ ਸਾਹਿਬ ਦੀ ਲਈ। ਵੇਖੋ ਪੱਲਿਓਂ ਮਾਇਆ ਧੇਲਾ ਦੇਣਾ ਔਖਾ ਹੈ, ਦਾਜ ਬੜੀ ਮੁਸ਼ਕਿਲ ਦੇਈਦਾ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਦੀ ਉਮਰ ਹੀ ਦੇ ਦਿੱਤੀ। 7 ਸਾਲ ਉਮਰ ਮੂੰਹ ਨਾ ਕਹਿ ਲੈਣੀ ਹੈ। ਇੰਨੀ ਉਮਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਭੇਟਾ ਕੀਤੀ। 7 ਸਾਲ ਪੂਰੇ। ਆਖਿਆ ਪੁਰਖਾ ਤੇਰੀ ਉਮਰ ਘੱਟ ਹੈ, ਇਸ ਕਰਕੇ ਜੇ ਮੈਂ ਗੁਰਤਾ ਗੱਦੀ ਵੀ ਅਤੇ ਉਮਰ ਵੀ ਦਿੰਦਾ। ਜਿਹੜਾ ਪ੍ਰਾਹੁਣਾ ਹੁੰਦਾ, ਪ੍ਰਾਹੁਣਾ ਸਾਡੇ ਮਾਝੇ 'ਚ ਉਹਨੂੰ ਪਲੰਘੇ 'ਤੇ ਬਿਠਾਉਂਦੇ ਨੇ। ਜਦੋਂ ਆਨੰਦ ਕਾਰਜ ਹੋ ਜਾਂਦੇ ਨੇ, 12 ਕੁ ਵਜੇ ਆਨੰਦ ਕਾਰਜ ਪੂਰੇ ਹੋ ਜਾਂਦੇ, 2 ਕੁ ਵਜੇ ਰੋਟੀ ਖਾ ਲੈਂਦੇ, 3-4 ਕੁ ਵਜੇ ਉਹਨੂੰ ਪਲੰਘੇ 'ਤੇ ਬਿਠਾਉਂਦੇ ਨੇ ਡੋਲੀ ਤੋਰਨ ਤੋਂ ਪਹਿਲਾਂ। ਅਤੇ ਪਲੰਘੇ 'ਤੇ ਬਿਠਾ ਕੇ ਫਿਰ ਉਹਨੂੰ ਦਾਜ ਦਿੰਦੇ ਨੇ। ਮਤਲਬ ਜੋ ਕੁੜੀ ਵਾਲਿਆਂ ਵੱਲੋਂ ਚੀਜ਼ਾਂ ਵਸਤੂਆਂ ਜਾਂ ਕੁਛ ਹੋਰ ਉਹਨੂੰ ਭੇਟਾ ਕਰਦੇ ਨੇ। ਇਉਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਾਦੀ ਜਦ ਬੀਬੀ ਭਾਨੀ ਨਾਲ ਗੁਰੂ ਅਮਰਦਾਸ ਨੇ ਕੀਤੀ ਅਤੇ ਚੁਬਾਰਾ ਸਾਹਿਬ ਗੁਰਦੁਆਰੇ ਪਲੰਘੇ ਬਿਠਾਇਆ। ਆਖਿਆ ਪੁਰਖਾ ਦੱਸ ਤੈਨੂੰ ਧੀ ਵਾਲਿਆਂ ਵੱਲੋਂ ਦਾਜ ਕੀ ਭੇਟਾ ਕਰੀਏ, ਤੂੰ ਸਾਡੇ ਵੱਲੋਂ ਕੁਛ ਮੰਗ। ਧੀ ਵਾਲੇ ਦਿੰਦੇ ਨੇ ਅਤੇ ਲੜਕੇ ਵਾਲੇ ਲੈਂਦੇ ਹਨ। ਜਦ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਆਖਿਆ ਵੀ ਮੈਂ ਬਹੁਤ ਖੁਸ਼ ਹਾਂ, ਤੂੰ ਕੁਛ ਮੰਗ, ਤਾਂ ਗੁਰੂ ਰਾਮਦਾਸ ਜੀ ਉੱਠ ਕੇ ਖਲੋ ਗਏ। ਆਖਿਆ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ,
ਆਪਦਾ ਦਿੱਤਾ ਸਭ ਕੁਛ ਹੈ। ਜਿਹਨੇ ਧੀ ਵਿਆਹ ਤੀ ਉਹਨੇ ਪਿੱਛੇ ਕੀ ਰੱਖਿਆ? ਤੁਸੀਂ ਆਪਦੇ ਘਰ 'ਚ ਹੀ ਮੇਰੀ ਸ਼ਾਦੀ ਕਰਤੀ ਮਹਾਰਾਜ, ਇਹ ਬਖਸ਼ਿਸ਼ ਕੀਤੀ ਹੈ। ਅਤੇ ਜੇ ਆਪ ਨੇ ਕੁਛ ਦੇਣਾ ਹੈ, ਮਹਾਰਾਜ ਕਹਿੰਦੇ ਕੁਝ ਨਾ ਕੁਝ ਜ਼ਰੂਰ ਮੰਗ। ਤਾਂ ਰਾਗ ਗੂਜਰੀ ਮਹੱਲਾ ਚੌਥਾ ਇਹ ਸ਼ਬਦ ਉਚਾਰਿਆ ਗੁਰੂ ਰਾਮਦਾਸ ਜੀ ਨੇ। ਆਖਿਆ, ਅਰਦਾਸ ਕੀਤੀ, ਹਰ ਕੇ ਜਨ ਸਤਿਗੁਰ ਸਤਿਪੁਰਖਾ ਔ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਰਮ ਸਤਿਗੁਰ ਸਰਨ ਆਈ, ਕਰ ਦਇਆ ਨਾਮ ਪ੍ਰਗਾਸ। ਇਹ ਹਰੀ ਦੇ ਜਨ ਅਤੇ ਸਤਿਗੁਰ ਸਤਿਪੁਰਖ ਗੁਰੂ ਅਮਰਦਾਸ ਜੀ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਮੈਨੂੰ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿਓ। ਜਪਦੇ ਤਾਂ ਆਪਾਂ ਸਾਰੇ ਹੀ ਹਾਂ, ਜ਼ੁਬਾਨ ਦੇ ਨਾਲ ਕੁਝ ਹੋਰ ਗੱਲ ਹੁੰਦੀ ਹੈ, ਜਿਹੜਾ ਹਿਰਦੇ ਦੇ ਵਿੱਚ ਪ੍ਰਕਾਸ਼ ਹੋਣਾ ਹੈ ਇਹ ਮਹਾਰਾਜ ਦੀ ਬਹੁਤ ਵੱਡੀ ਉੱਚੀ ਬਖਸ਼ਿਸ਼ ਦੇ ਨਾਲ ਹੈ। ਸੱਚੇ ਪਾਤਸ਼ਾਹ ਮੇਰੇ ਹਿਰਦੇ 'ਚ ਨਾਮ ਦਾ ਪ੍ਰਕਾਸ਼ ਕਰ ਦਿਓ। ਇਹ ਮੈਂ ਤੁਹਾਡੇ ਕੋਲੋਂ ਦਾਜ ਮੰਗਦਾ, ਇਹ ਮੈਂ ਵਸਤੂ ਮੰਗਦਾ। ਮਹਾਰਾਜ ਕਹਿੰਦੇ, ਪੁਰਖਾ ਤੂੰ ਨਿਹਾਲ ਹੋਇਆ, ਸਾਨੂੰ ਖੁਸ਼ ਕੀਤਾ ਹੈ, ਨਾਮ ਦਾਨ ਮੰਗਿਆ ਹੈ। ਬੀਬੀ ਭਾਨੀ ਨੇ ਵੀ ਮਹਾਰਾਜ ਦੀ ਖੁਸ਼ੀ ਮੰਗੀ। ਸੋ ਗੁਰਤਾ ਗੱਦੀ ਸਹਿਤ ਉਮਰ ਦੇ ਕੇ ਫਿਰ ਮਹਾਰਾਜ ਨੇ ਤੋਰ ਦਿੱਤਾ। ਆਖਿਆ, ਸਾਡੇ ਬੱਚੇ ਤੁਹਾਡੇ ਨਾਲ ਈਰਖਾ ਕਰਨਗੇ, ਇਸ ਲਈ ਤੁਸੀਂ ਆਪ ਦਾ ਨਵਾਂ ਸ਼ਹਿਰ ਵਸਾਓ। ਚੱਕ ਗੁਰੂ ਕਾ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ। ਗੁਰੂ ਅਮਰਦਾਸ ਜੀ ਨੇ ਆਪ ਮੋਢੀ ਗੱਡੀ। ਤੋ ਇਸ ਲਈ ਬੀਬੀ ਭਾਨੀ ਜੀ ਧੰਨ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਨਾਮ ਹੈ। ਸੋ ਐਸੀ ਜਿਹੜੀ ਬੀਬੀ ਹੈ ਸੁਹਾਗਵੰਤੀ, ਜਿਹੜੀ ਹਿਰਦੇ ਵਿੱਚ ਸੱਚੇ ਨੂੰ ਮੰਨਦੀ ਹੈ, ਉਹ ਧੰਨਤਾ ਦੇ ਯੋਗ ਹੈ। ਬੀਬੀ ਭਾਨੀ ਵਰਗੀ ਇਸਤਰੀ ਦੁਨੀਆ ਦੇ ਵਿੱਚ ਨਾ ਤਾਂ ਜਨਮ ਧਾਰੇਗੀ, ਨਾ ਹੁਣ ਹੈ, ਨਾ ਹੀ ਅੱਗੇ ਆਉਣ ਵਾਲੇ ਸਮੇਂ 'ਚ ਹੋਏਗੀ। ਜਿਹਦਾ ਪਿਤਾ ਵੀ ਗੁਰੂ ਸਾਹਿਬ ਗੁਰੂ ਅਮਰਦਾਸ ਜੀ, ਜਿਹਦਾ ਪਿਤਾ ਵੀ ਗੁਰੂ ਸਾਹਿਬ, ਜਿਹਦਾ ਪਤੀ ਵੀ ਗੁਰੂ ਸਾਹਿਬ, ਧੰਨ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ ਆ 2 ਨਵੰਬਰ ਨੂੰ ਆ ਰਿਹਾ, 2-4 ਦਿਨਾਂ ਤੱਕ। ਗੁਰੂ ਰਾਮਦਾਸ ਪਤੀ ਵੀ ਗੁਰੂ ਸਾਹਿਬ, ਜਿਸ ਬੀਬੀ ਭਾਨੀ ਦਾ ਸਾਹਿਬਜ਼ਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਗੁਰੂ ਸਾਹਿਬ। ਬੀਬੀਆਂ ਦਾ ਬੰਦਿਆਂ ਦੀ ਤਰੱਕੀ ਵਿੱਚ ਬਹੁਤ ਸਹਿਯੋਗ ਹੁੰਦਾ ਹੈ। ਜੇ ਬੀਬੀ ਚੰਗੀ ਹੋਵੇ, ਚੰਗਾ ਪੁਰਖ ਤਾਂ ਚੰਗਾ ਹੀ ਹੈ, ਉਹ ਮਾੜੇ ਪੁਰਖ ਨੂੰ ਵੀ ਗੁਰਦੁਆਰੇ ਲੈ ਆਉਂਦੀਆਂ, ਸੁਧਾਰ ਲੈਂਦੀਆਂ ਨੇ। ਬੀਬੀਆਂ 'ਚ ਇਹ ਕਲਾ ਹੁੰਦੀ ਹੈ। ਤੋ ਇਸ ਵਾਸਤੇ ਪੁਰਖ ਦੇ ਉੱਪਰ ਬੀਬੀ ਦਾ ਬੜਾ ਪ੍ਰਭਾਵ ਹੁੰਦਾ ਹੈ। ਤੋ ਇਸ ਲਈ ਬੀਬੀ ਭਾਨੀ ਦੇ ਸਹਿਯੋਗ ਦੇ ਨਾਲ ਹੀ ਗੁਰੂ ਰਾਮਦਾਸ ਜੀ ਸੇਵਾ ਕਰਦੇ ਰਹੇ। ਅਤੇ ਬੀਬੀ ਭਾਨੀ ਜੀ ਵੀ, ਜਿਹੜੇ ਪੁੱਤ ਹੁੰਦੇ ਨੇ, ਧੀਆਂ ਪੁੱਤ, ਉਹ ਵੀ ਆਪਦੇ ਪਿਤਾ ਦੀ ਬਜਾਏ ਆਪਦੀ ਮਾਂ ਦੀ ਗੱਲ ਮੰਨਦੇ ਨੇ। ਜਿਹੜੇ ਬੱਚੇ ਹੁੰਦੇ ਨੇ ਉਹ ਮਾਵਾਂ ਦਾ ਪ੍ਰਭਾਵ ਜ਼ਿਆਦਾ ਮੰਨਦੇ ਨੇ। ਕਾਰਨ ਕੀ ਹੈ ਕਿ ਮਾਵਾਂ ਨੇ ਦਿਨੇ ਰਾਤ ਬੱਚਿਆਂ ਕੋਲ ਰਹਿਣਾ ਹੋਇਆ, ਅਤੇ ਇਸ ਲਈ ਸਭ ਤੋਂ ਪਹਿਲੀ ਟੀਚਰ ਬੱਚੇ ਦੀ ਮਾਂ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਬਣਾਉਣ ਦੇ ਵਿੱਚ ਬੀਬੀ ਭਾਨੀ ਦਾ ਬੜਾ ਸਹਿਯੋਗ ਸੀਗਾ। ਜਦ ਪ੍ਰਿਥੀ ਚੰਦ ਨੇ ਤਾਇਆ ਸਹਾਰੀ ਮੱਲ ਦੇ ਸਪੁੱਤਰ ਦੀ ਸ਼ਾਦੀ ਦੇ ਸਮਾਗਮ ਵਿੱਚ ਲਾਹੌਰ ਜਾਣ ਤੋਂ ਨਾਂਹ ਕਰ ਦਿੱਤੀ, ਅਤੇ ਗੁਰੂ ਅਰਜਨ ਸਾਹਿਬ ਨੂੰ ਹੁਕਮ ਹੋਇਆ, ਤਾਂ ਗੁਰੂ ਸਾਹਿਬ ਕਹਿਣ ਲੱਗੇ, ਸਤ ਬਚਨ ਜੀ, ਆ ਕੇ ਆਪਣੀ ਮਾਂ ਬੀਬੀ ਭਾਨੀ ਜੀ ਨੂੰ ਕਹਿਣ ਲੱਗੇ ਕਿ ਹੇ ਮਾਤਾ ਜੀ, ਮੇਰਾ ਤੁਹਾਤੋਂ ਵਿਛੜਨ ਨੂੰ ਜੀ ਤਾਂ ਨਹੀਂ ਕਰਦਾ, ਅਤੇ ਪਰ ਮੈਂ ਹਾਂ ਜ਼ਰੂਰ ਕਰ ਆਇਆ। ਮੇਰਾ ਜਾਣ ਨੂੰ ਜੀ ਨਹੀਂ ਸੀ ਕਰਦਾ ਕਿ ਮੈਂ ਗੁਰਦੁਆਰਾ ਛੱਡਾਂ ਜਾਂ ਤੁਹਾਡੇ ਦਰਸ਼ਨ ਛੱਡ ਕੇ ਲਾਹੌਰ ਜਾਵਾਂ। ਵਿਆਹ ਵੇਖਣ ਨੂੰ ਕਾ ਜੀ ਨਹੀਂ ਕਰਦਾ, ਪਰ ਗੁਰੂ ਰਾਮਦਾਸ ਜੀ ਦਾ ਮੈਂ ਹੁਕਮ ਨਹੀਂ ਮੋੜਿਆ। ਤੁਹਾਡੀ ਕੀ ਸਲਾਹ ਹੈ? ਕਹਿੰਦੇ, ਵਾਹਿਗੁਰੂ ਵਾਹਿਗੁਰੂ, ਤੁਸੀਂ ਬਹੁਤ ਚੰਗਾ ਕੀਤਾ ਹੈ। ਕਿਤੇ ਭੁੱਲ ਕੇ ਵੀ ਗੁਰੂ ਰਾਮਦਾਸ ਜੀ ਦਾ ਹੁਕਮ ਨਾ ਮੋੜ ਦੇਣਾ। ਵੇਖ ਵੀਰ, ਮੈਂ ਸਿਰ ਧੜ ਦੀ ਬਾਜੀ ਲਾਈ ਹੈ। ਬੀਬੀ ਭਾਨੀ ਦੇ ਹੱਥ ਦੀ ਤਲੀ ਵਿੱਚ ਸਾਧ ਸੰਗਤ ਜੀਓ ਪਾਵੇ ਦਾ ਕਿੱਲ ਖੁੱਭ ਗਿਆ ਸੀ, ਅਤੇ ਖੂਨ ਰੁਕਣ ਦੇ ਨਾਲ
ਬਾਂਹ ਨੀਲੀ ਹੋ ਗਈ ਸੀ। ਇਹ ਇੰਨੀ ਮਹਾਨ ਸੇਵਾ ਕੀਤੀ, ਗੁਰੂ ਅਮਰਦਾਸ ਜੀ ਪ੍ਰਸੰਨ ਹੋਏ। ਅਤੇ ਮੈਂ ਬਹੁਤ ਮੁਸ਼ਕਿਲ ਤੁਹਾਡੇ ਨਾਨਾ ਗੁਰੂ ਸਾਹਿਬ ਜੀ ਨੂੰ ਖੁਸ਼ ਕਰਕੇ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਲਈ ਹੈ। ਅਤੇ ਜੇ ਤੁਸੀਂ ਹੁਕਮ ਨਾ ਮੰਨਿਆ ਗੁਰੂ ਰਾਮਦਾਸ ਜੀ ਦਾ, ਇਹ ਗੁਰੂ ਸਾਹਿਬ ਕਿਸੇ ਨਾਲ ਮੋਹ ਪਿਆਰ ਨਹੀਂ ਰੱਖਦੇ। ਸ੍ਰੀ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ ਦੀ ਤਰ੍ਹਾਂ, ਗੁਰੂ ਅਮਰਦਾਸ ਜੀ ਦੀ ਤਰ੍ਹਾਂ ਕਿਤੇ ਗੁਰਤਾ ਗੱਦੀ ਬਾਹਰ ਹੀ ਨਾ ਦੇ ਦੇਣ। ਇਸ ਲਈ ਕਦੀ ਇਹਨਾਂ ਦਾ ਹੁਕਮ ਨਹੀਂ ਮੋੜਨਾ। ਗੁਰਤਾ ਗੱਦੀ ਘਰ ਦੇ ਵਿੱਚ ਰਹਿ ਜਾਏ, ਇਸ ਤਰ੍ਹਾਂ ਖਿਆਲ ਰੱਖਣਾ। ਪ੍ਰਤੀਆ ਤਾਂ ਆਖੇ ਨਹੀਂ ਲੱਗਦਾ, ਨਾ ਮੇਰੇ ਨਾ ਉਹਨਾਂ ਦੇ। ਅਤੇ ਤੁਸੀਂ ਬਚਨ ਨਹੀਂ ਮੋੜਨਾ। ਤੁਸੀਂ ਲਾਹੌਰ ਜਾਓ। ਫਿਰ ਮਹਾਰਾਜ ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਮੈਨੂੰ ਅਸੀਸ ਦਿਓ। ਤਾਂ ਬੀਬੀ ਭਾਨੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ 'ਤੇ ਹੱਥ ਰੱਖਿਆ, ਆਖਿਆ, ਪੂਤਾ ਮਾਤਾ ਕੀ ਆਸੀਸ। ਇਹ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ, ਮੇਰੀ ਮਾਂ ਬੀਬੀ ਭਾਨੀ ਦੀ ਤੈਨੂੰ ਅਸੀਸ ਹੈ ਕਿ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ। ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਇੱਕ ਨਿਮਖ ਮਾਤਰ ਵੀ ਤੈਨੂੰ ਨਾ ਭੁੱਲੇ। ਸਦਾ ਭਜੋ ਜਗਦੀਸ਼, ਹਮੇਸ਼ਾ ਹੀ ਜਗਦੀਸ਼ ਮਾਲਕ ਵਾਹਿਗੁਰੂ ਜੀ ਦਾ ਤੂੰ ਭਜਨ ਕਰਦਾ ਰਹੋ। ਅਤੇ ਲਾਹੌਰ ਜਾ, ਜਿਵੇਂ ਗੁਰੂ ਸਾਹਿਬ ਹੁਕਮ ਕਰਦੀ ਉਸ ਤਰ੍ਹਾਂ ਮੰਨ। ਇਸ ਤਰ੍ਹਾਂ ਜਿਹੜੀਆਂ ਮਾਵਾਂ ਹੁੰਦੀਆਂ ਨੇ, ਭੈਣਾਂ ਹੁੰਦੀਆਂ ਨੇ, ਤੋ ਧਰਮ ਸਪਤਨੀਆਂ ਹੁੰਦੀਆਂ ਨੇ, ਬੀਬੀਆਂ ਦੇ ਸਹਿਯੋਗ ਦੇ ਨਾਲ ਹੀ ਘਰ ਸਵਰਗ ਬਣਦਾ ਹੈ। ਅਤੇ ਜੇ ਬੀਬੀ ਦਾ ਸੁਭਾਅ ਅੱਛਾ ਨਾ ਹੋਵੇ ਤਾਂ ਉਹ ਸਵਰਗ ਵੀ ਨਰਕਾਂ ਤੋਂ ਭੈੜਾ ਹੋ ਜਾਂਦਾ। ਬੜੀ ਮੁਸ਼ਕਿਲ ਬਣ ਜਾਂਦੀ ਜ਼ਿੰਦਗੀ ਕੱਟਣੀ। ਇਸ ਲਈ ਮਹਾਰਾਜ ਬੀਬੀਆਂ ਦੇ ਗੁਣ ਦੱਸ ਰਹੇ ਨੇ ਕਿ ਸੁਣਨਾ ਕਰੋ। ਸੁਹਾਬਾਤਾਂ ਸੁਹਾਗਣੀ, ਇਹ ਸੂਹੇ ਵੇਸ ਵਾਲੀ ਜੀਵ ਰੂਪ ਇਸਤਰੀਏ ਤਾਂ ਹੀ ਸੁਹਾਗਵੰਤੀ ਤੂੰ ਪਰਮੇਸ਼ਰ ਦੀ ਆਨੰਦ ਵਾਲੀ ਹੋ ਸਕਦੀ ਹੈ। ਜਾਂ ਮਨ ਲਹ ਸਚ ਨਾਉ, ਜਾਂ ਤੂੰ ਸੱਚਾ ਨਾਮ ਆਪਣੇ ਹਿਰਦੇ 'ਚ ਮੰਨ ਲੈ। ਪਹਿਲਾਂ ਸ਼ਰਧਾ ਵਿਸ਼ਵਾਸ ਕੰਨਾਂ ਨਾਲ ਸੱਚਾ ਨਾਮ ਸੁਣ ਅਤੇ ਫਿਰ ਉਹਦਾ ਮੰਨਣ ਕਰ। ਸਤਿਗੁਰ ਆਪਣਾ ਮਨਾਏ ਲੈ, ਆਪ ਦੇ ਸੱਚੇ ਗੁਰੂ ਨੂੰ ਆਪਣਾ ਆਸਰਾ ਜਾਣ ਕੇ ਮਨਾ ਲੈ। ਜਿਵੇਂ ਬੀਬੀ ਭਾਨੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਨਾਇਆ ਅਤੇ ਫਿਰ ਆਪਣੇ ਪਤੀ ਸਤਿਗੁਰੂ ਰਾਮਦਾਸ ਜੀ ਦੀ ਖੁਸ਼ੀ ਪ੍ਰਸੰਨਤਾ ਲਈ। ਮੈਂ ਰੂਪ ਚੜੀ ਤਾਂ ਅਗਲਾ, ਤਾਂ ਤੇਰਾ ਬਹੁਤ ਹੀ ਦਿਲ ਦੀ ਸਫਾਈ ਰੂਪ ਸੁੰਦਰ ਰੂਪ ਦਾ ਰੰਗ ਚੜ੍ਹੇਗਾ। ਜਾਂ ਪਹਿਲਾਂ ਅਨਾਦਿ ਰੂਪ ਜੋ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਭਗਤੀ ਦਾ ਸੁੰਦਰ ਰੰਗ ਚੜ੍ਹੇਗਾ। ਦੂਜਾ ਨਾਹੀਂ ਥਾਉ, ਗੁਰੂ ਅਮਰਦਾਸ ਜੀ ਤੋਂ ਬਿਨਾਂ, ਗੁਰੂ ਰਾਮਦਾਸ ਜੀ ਤੋਂ ਬਿਨਾਂ ਇਸ ਰੰਗ ਨੂੰ ਚਾੜ੍ਹਨ ਲਈ ਹੋਰ ਕੋਈ ਦੂਜਾ ਅਸਥਾਨ ਨਹੀਂ ਹੈ। ਜਿਵੇਂ ਮਾਤਾ ਸਾਹਿਬ ਦੇਵਾਂ ਕੌਰ ਜੀ ਸਨ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ ਜੀ ਸਨ। ਇਹ ਬੀਬੀਆਂ ਬਹੁਤ ਅੱਛੀਆਂ ਸਾਡੀਆਂ ਮਾਤਾਵਾਂ, ਚੰਗੇ ਸੁਭਾਅ ਵਾਲੀਆਂ ਸਨ। ਮਾਤਾ ਦਮੋਦਰੀ, ਮਾਤਾ ਮਰਵਾਈ ਅਤੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਜੇ ਮਹਿਲ ਬੀਬੀ ਮਾਤਾ ਨਾਨਕੀ ਜੀ, ਅਤੇ ਬੜੇ ਚੜ੍ਹਦੀ ਕਲਾ ਵਾਲੇ ਸਨ। ਇਸੇ ਤਰ੍ਹਾਂ ਬੇਬੇ ਨਾਨਕੀ ਜੀ ਵੀ ਬੜੀ ਉੱਚੀ ਅਵਸਥਾ ਵਾਲੇ ਹੋਏ ਹਨ। ਮੈਂ ਐਸਾ ਸਿਗਾਰਮ ਬਣਾਏ ਤੂੰ ਅਜਿਹਾ ਜਪ ਤਪ ਸਾਧਨਾ ਰੂਪੀ ਸ਼ਿੰਗਾਰ ਬਣਾ, ਮੈਲਾ ਕਦੇ ਨਾ ਹੋਵਾਈ, ਜੋ ਕਦੇ ਵੀ ਮੈਲਾ ਨਹੀਂ ਹੁੰਦਾ ਹੈ। ਜਿਹੜੇ ਮਾਤਾ ਗੰਗਾ ਜੀ ਸਨ, ਇੱਕ ਵਾਰ ਬੀਬੀਆਂ ਦੇ ਵਿੱਚ ਬੈਠੇ, ਬੀਬੀਆਂ ਦਾ ਸੁਭਾਅ ਹੁੰਦਾ, ਕਹਿਣ ਲੱਗੀਆਂ ਕਿ ਹੇ ਮਾਤਾ ਗੰਗਾ ਜੀ, ਤੁਹਾਡੇ ਘਰ ਦੇ ਵਿੱਚ ਇੰਨਾ ਕੁਛ ਹੈ, ਇੰਨੀ ਗੁਰੂ ਸਾਹਿਬ ਦੀ ਪੂਜਾ, ਤੁਸੀਂ ਕੋਈ ਗਹਿਣਾ ਗੁਣਾ ਪਾਉਂਦੇ ਹੀ ਨਹੀਂ। ਸੋਨੇ ਚਾਂਦੀ ਦੇ, ਕੋਈ ਹੀਰੇ ਮੋਤੀਆਂ ਵਾਲੇ ਗਹਿਣੇ ਪਾਇਆ ਕਰੋ। ਮਾਤਾ ਗੰਗਾ ਜੀ ਬ੍ਰਹਮ ਗਿਆਨੀ ਸਨ। ਬ੍ਰਹਮ ਗਿਆਨੀ ਦਾ ਮਨ ਸ਼ੀਸ਼ੇ ਵਰਗਾ ਹੁੰਦਾ, ਜਿਸ ਤਰ੍ਹਾਂ ਦਾ ਮੂੰਹ ਵੇਖੀਏ ਉਸ ਤਰ੍ਹਾਂ ਦਾ ਦਿਖਦਾ।
ਬ੍ਰਹਮ ਗਿਆਨੀ ਦੇ ਕੋਲ ਜਿਸ ਤਰ੍ਹਾਂ ਦਾ ਕੋਈ ਬਚਨ ਕਰਦੇ ਹੋ ਉਹਦੇ 'ਤੇ ਉਸ ਤਰ੍ਹਾਂ ਦਾ ਅਸਰ ਹੋ ਜਾਂਦਾ। ਮਾਤਾ ਗੰਗਾ ਜੀ ਬਹੁਤ ਸਾਫ਼ ਦਿਲ ਇਨਸਾਨ ਸਨ। ਕਹਿਣ ਲੱਗੇ ਜੀ ਹਾਂ ਆਪਾਂ ਗਹਿਣੇ ਪਾਵਾਂਗੇ। ਭੋਲਾ ਸੁਭਾਅ ਸੀਗਾ। ਅਤੇ ਗੁਰੂ ਅਰਜਨ ਸਾਹਿਬ ਦੇ ਕੋਲ ਜਦ ਆ ਕੇ ਬੈਠੇ, ਜਦ ਮਹਾਰਾਜ ਮਹਿਲਾਂ 'ਚ ਆਏ ਅਤੇ ਸੇਵਾ ਕਰਦਿਆਂ ਬੇਨਤੀ ਕੀਤੀ, ਕਹਿੰਦੇ ਮਹਾਰਾਜ ਅੱਜ ਆਪਾਂ ਬੀਬੀਆਂ ਦੇ ਵਿੱਚ ਬੈਠੇ ਸੀ ਅਤੇ ਬੀਬੀਆਂ ਮੈਨੂੰ ਕਹਿੰਦੀਆਂ ਕਿ ਤੁਸੀਂ ਗਹਿਣੇ ਪਾਓ ਅਤੇ ਮਹਾਰਾਜ ਤੁਸੀਂ ਸਾਨੂੰ ਗਹਿਣੇ ਬਣਾ ਕੇ ਦਿਓ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ, ਆਪਾਂ ਗਹਿਣੇ ਕਿਉਂ ਪਾਵਾਂਗੇ? ਗੁਰੂ ਘਰ ਦੀ ਮਰਜ਼ਾਦਾ ਨਹੀਂ ਗਹਿਣੇ ਪਾਉਣ ਦੀ ਹੈ। ਅਤੇ ਕਹਿੰਦੇ ਮਹਾਰਾਜ ਬੀਬੀਆਂ ਦੀ ਸ਼ੋਭਾ ਗਹਿਣਿਆਂ ਨਾਲ ਹੁੰਦੀ ਆ। ਮੈਨੂੰ ਬੀਬੀਆਂ ਕਹਿੰਦੀਆਂ ਨੇ ਵੀ ਤੁਸੀਂ ਗਹਿਣੇ ਪਾਓ ਅਤੇ ਤੁਹਾਡੇ ਕੋਲ ਇੰਨਾ ਕੁਛ ਹੈ ਅਤੇ ਤੁਸੀਂ ਮੈਨੂੰ ਗਹਿਣੇ ਕਿਉਂ ਨਹੀਂ ਬਣਾ ਕੇ ਦਿੰਦੇ? ਮਹਾਰਾਜ ਕਹਿੰਦੇ ਆਪਾਂ ਗੁਰਦੁਆਰੇ ਦੇ ਬੰਦੇ ਹਾਂ, ਗੁਰਦੁਆਰੇ 'ਚ ਗਹਿਣੇ ਪਾਉਣੇ ਸ਼ੋਭਾ ਨਹੀਂ ਪਾਉਂਦੇ ਹਨ, ਇਸ ਵਾਸਤੇ ਆਪਾਂ ਗਹਿਣੇ ਨਹੀਂ ਪਾ ਸਕਦੇ। ਤੁਸੀਂ ਸਮਝੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਜ਼ਾਦਾ ਹੈ। ਕਹਿੰਦੇ ਜੀ ਉਹ ਬੀਬੀਆਂ ਫਿਰ ਸਾਰੀਆਂ ਪਾਉਂਦੀਆਂ ਨੇ ਅਤੇ ਉਹ ਮੈਨੂੰ ਕਹਿੰਦੀਆਂ ਨੇ ਵੀ ਕੁਛ ਨਾ ਕੁਛ ਤਾਂ ਮੈਨੂੰ ਦਿਓ। ਕਹਿੰਦੇ ਲਓ ਤੁਹਾਨੂੰ ਇਹੋ ਜਿਹਾ ਸ਼ੋਭਾ ਵਾਲਾ ਗਹਿਣਾ ਬਖਸ਼ਦੇ ਹਾਂ ਜਿਹੜਾ ਕਦੀ ਵੀ ਮੈਲਾ ਨਹੀਂ ਹੋਵੇਗਾ। ਜਿਹੜਾ ਸੋਨਾ ਹੈ ਸੋਨਾ ਇਹ ਮੈਲਾ ਹੋ ਜਾਂਦਾ ਹੈ, ਇਹਨੂੰ ਮੁੜ ਕੇ ਫਿਰ ਸੁਨਿਆਰਿਆਂ ਕੋਲੋਂ ਧਵਾਉਣਾ ਪੈਂਦਾ ਹੈ। ਕਈ ਤਾਂ ਧਵਾਉਣ ਦੇ ਚੱਕਰ 'ਚ ਲੁੱਟੇ ਹੀ ਜਾਂਦੇ ਨੇ। ਆ ਪਿੰਡਾਂ ਦੇ ਵਿੱਚ ਗਹਿਣੇ ਧੋਣ ਦਾ ਬਹਾਨਾ ਲਾ ਕੇ ਉਹ ਹਰਨ ਹੋ ਜਾਂਦੇ, ਬੜੀ ਮੁਸ਼ਕਿਲ ਬਣ ਜਾਂਦੀ। ਕਈਆਂ ਦੇ ਕੰਨ ਹੀ ਤੋੜ ਕੇ ਲੈ ਜਾਂਦੇ ਜਿਹੜੇ ਲੁਟੇਰੇ ਨੇ। ਅਤੇ ਇਉਂ ਲੁੱਟ ਖੋਹ ਦਾ ਜ਼ਮਾਨਾ ਹੋਣ ਕਰਕੇ ਅੱਜ ਕੱਲ੍ਹ ਇਹ ਮਾਹੌਲ ਨਹੀਂ ਰਿਹਾ ਗਹਿਣੇ ਗੁਣੇ ਪਾਉਣ ਦਾ। ਕਿਸੇ ਨੂੰ ਵੀ ਨਹੀਂ ਪਾਉਣੇ ਚਾਹੀਦੇ। ਆਪ ਦਾ ਸਾਧ ਮਰਾਦਾ ਲਿਬਾਸ ਰੱਖੋ, ਚੜ੍ਹਦੀ ਕਲਾ 'ਚ ਰਹੋ। ਅਤੇ ਜਿਹੜਾ ਪੈਸਾ ਇਨਵੈਸਟ ਕਰਨਾ ਕਿਸੇ ਹੋਰ ਤਰੀਕੇ ਦੇ ਨਾਲ ਤੁਸੀਂ ਆਪਣਾ ਪੈਸਾ ਵਧਾ ਸਕਦੇ ਹੋ। ਜ਼ਰੂਰੀ ਨਹੀਂ ਵੀ ਗਹਿਣਾ ਹੀ, ਆਪਾਂ ਕੁਛ ਹੋਰ ਤਰੀਕਾ ਤੁਸੀਂ ਵਰਤ ਸਕਦੇ ਹੋ। ਜਦ ਗਹਿਣਾ ਪਾਉਣਾ ਹੀ ਨਹੀਂ ਅਤੇ ਫਿਰ ਜ਼ਰੂਰ ਆਪਦੇ ਮਨ ਨੂੰ ਚਿੰਤਾ ਲਾਉਣੀ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕੋਈ ਚੁਰਾ ਕੇ ਨਾ। ਧੀਆਂ ਪੁੱਤ ਜਿਹੜੇ ਸਗੇ ਨੇ ਉਹਨਾਂ ਤੋਂ ਹੀ ਬੰਦਾ ਡਰਦਾ ਰਹਿੰਦਾ। ਅਤੇ ਜੇ ਤੁਹਾਡੇ ਕੋਲ ਮਾਇਆ ਰੱਬ ਨੇ ਦਿੱਤੀ ਆ, ਉਹ ਕੈਸ਼ ਮਨੀ ਹੈ, ਉਹ ਹੀ ਤੁਸੀਂ ਬੈਂਕ 'ਚ ਕੋਈ FD ਕਰਾ ਲਓ ਅਤੇ ਨਾਲੇ ਤਾਂ ਗਹਿਣਾ ਬਣਾਓ, ਨਾਲੇ ਉਹਨੂੰ ਸਾਂਭੋ, ਨਾਲੇ ਲੋਕਰ 'ਚ, ਨਾਲੇ ਮਨ ਦੀ ਚਿੰਤਾ ਬੁਖਾਰ ਚੜ੍ਹਿਆ ਰਹਿੰਦਾ ਪਾ ਕੇ, ਅਤੇ ਹੋਰ ਚਿੰਤਾ ਲੱਗ ਜਾਂਦੀ। ਅਤੇ ਇਸ ਲਈ ਸੋਨੇ ਚਾਂਦੀ ਤੋਂ ਅੰਗਰੇਜ਼ ਕਰੀਏ। ਜੇ ਮਹਾਰਾਜ ਨੇ ਦਿੱਤਾ ਤਾਂ ਵੇਖੋ ਕਿਆ ਸੋਹਣਾ ਗੁਮਟ ਗੁਰੂ ਸਾਹਿਬ ਦੇ ਸਥਾਨ 'ਤੇ ਸੋਨੇ ਦੀ ਸੇਵਾ ਹੋ ਰਹੀ ਹੈ। ਉਹ ਸਰਦਾ ਬਣਦਾ ਸੋਨਾ ਇੱਥੇ ਭੇਟਾ ਕਰੋ। 6 ਕਰੋੜ ਦਾ ਸੋਨਾ ਉੱਪਰ ਦਰਬਾਰ ਦੇ ਵਿੱਚ ਲੱਗ ਰਿਹਾ, 6 ਕਰੋੜ ਪੂਰੇ ਦਾ। ਜਿਹੜੀਆਂ ਡਾਟਾਂ ਨੇ ਅਤੇ ਉੱਥੇ ਮਹਾਰਾਜ ਦੇ ਸਥਾਨ ਦੇ ਇਹ ਸਫਲ ਹੈ ਜਿੰਨੀ ਵੀ ਮਾਇਆ ਹੈ। ਗੁੰਮਟ ਦੇ ਉੱਪਰ ਬਹੁਤ ਸੁੰਦਰ ਤਰੀਕੇ ਦੇ ਨਾਲ ਸੋਨੇ ਦੀ ਝਾਲ ਲੱਗ ਰਹੀ ਹੈ। ਪੱਤਰੇ ਤਾਂ ਤਾਂਬੇ ਦੇ ਨੇ ਅਤੇ ਪਰ ਇਹਨੂੰ ਇਮਲੀ ਨਾਲ ਸਾਫ਼ ਕਰਕੇ ਅਤੇ ਪਾਰਾ ਸੁੱਟ ਕੇ ਸੋਨੇ ਦੇ ਉਹ ਕਵਰ ਲਾਏ ਜਾਂਦੇ ਹਨ, ਜਿਹਦੇ ਨਾਲ ਸੋ ਅਸਥਾਨ ਦੀ ਸ਼ੋਭਾ ਹੁੰਦੀ ਹੈ। ਪਹਿਲਾਂ ਗੁਰਦੁਆਰਿਆਂ ਦੇ ਸੋਨਾ ਨਹੀਂ ਸੀ ਹੁੰਦਾ। ਕੱਚੇ ਵੀ ਗੁਰਦੁਆਰੇ ਅਜੇ ਵੀ ਪਾਕਿਸਤਾਨ 'ਚ ਨੇ। ਜਦੋਂ ਦਾ ਮਹਾਰਾਜਾ ਰਣਜੀਤ ਸਿੰਘ ਸ਼ਹਿਨਸ਼ਾਹ ਬਣਿਆ, 40 ਸਾਲ ਉਹਨੇ ਰਾਜ ਭੋਗਿਆ। ਉਹ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਖੜਗ ਸਿੰਘ ਸਿੱਖਾਂ ਦੇ ਕੋਲ ਰਾਜ ਭਾਗ ਆਇਆ। ਉਹਨਾਂ ਸੋਚਿਆ ਮਨਾ ਜੇ ਰੱਬ ਨੇ ਸਾਨੂੰ ਦਿੱਤਾ ਹੈ, ਤੁਸੀਂ ਵੇਖੋ ਮੁਹਾਲੀ ਦੇ ਵਿੱਚ ਚੰਡੀਗੜ੍ਹ 'ਚ 7-7 ਕਰੋੜ ਦੀਆਂ ਤਾਂ ਕੋਠੀਆਂ ਹੀ ਨੇ ਪਲਾਟਾਂ ਸਮੇਤ। ਜੇ ਰੱਬ ਨੇ ਸਾਨੂੰ 7 ਕਰੋੜ ਦਿੱਤਾ ਅਤੇ ਜੇ ਆਪਾਂ ਲੱਖ ਦਾ ਸੋਨਾ ਦੇ ਦਿਆਂਗੇ ਤਾਂ ਦੱਸੋ ਕਿ ਇੱਥੇ ਕੋਈ ਮਾੜੀ ਗੱਲ ਥੋੜ੍ਹਾ ਆ। ਗੁਰੂ ਘਰ 'ਚ ਤਾਂ ਨਾਮ ਜਪਿਆ ਜਾਂਦਾ, ਮਹਾਰਾਜ ਦੇ ਸੰਗਤ ਜੁੜਦੀ ਹੈ। ਜੇ ਸਾਡੇ ਸਵਿਮਿੰਗ ਪੂਲ ਜਾਂ ਹੋਰ ਸਭ ਕੁਛ ਸੁੰਦਰਤਾ ਹੈ, ਗੁਰੂ ਘਰ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਸੋਨਾ ਦੇਣਾ। ਆਪਾਂ ਕਈ ਵਾਰ ਤਰਕ ਕਰਦੇ ਹਾਂ ਵੀ ਗੁਰਦੁਆਰਿਆਂ ਦੀ ਗੋਲਕ ਇਸ ਤਰ੍ਹਾਂ ਜੀ, ਉਸ ਤਰ੍ਹਾਂ ਜੀ। ਜੇ ਸਾਨੂੰ ਰੱਬ ਨੇ ਦਿੱਤਾ ਹੈ ਤਾਂ ਗੁਰਦੁਆਰੇ ਕੋਈ ਭੇਟਾ ਕਰਨ ਦਾ ਹਰਜ ਨਹੀਂ। ਇਹ ਮਹਾਰਾਜਾ ਰਣਜੀਤ ਸਿੰਘ ਨੇ ਰੀਤੀ ਤੋਰੀ ਹੈ। ਉਹਨੇ ਜਦ ਦਾ ਸੋਨਾ ਚੜ੍ਹਾਇਆ ਅਤੇ ਹਾਰ ਹੋਰ ਬੜਾ ਕੁਛ
ਕੋਈ ਨੂਰ ਹੀਰਾ ਵੀ ਲੁੱਟਿਆ ਨਾ ਜਾਂਦਾ ਜੇ ਦਰਬਾਰ ਸਾਹਿਬ ਚੜ੍ਹਾ ਦਿੰਦਾ, ਉਹ ਅਜੇ ਵੀ ਸਾਂਭਿਆ ਰਹਿਣਾ ਸੀਗਾ। ਉਹ ਗੋਰੇ ਹੀ ਲੈ ਗਏ ਉੱਥੇ ਇੰਗਲੈਂਡ 'ਚ, ਉਹਦੀ ਕੁਰਸੀ ਵੀ ਚੁੱਕ ਕੇ ਲੈ ਗਏ। ਜੇ ਗੁਰਦੁਆਰੇ ਸਭ ਕੁਝ ਆ ਜਾਂਦਾ ਤਾਂ ਅਜੇ ਤੱਕ ਉਸ ਤਰ੍ਹਾਂ ਹੋਣਾ ਸੀਗਾ। ਉਹ ਮੈਂ ਵਿਕਟੋਰੀਆ ਮਿਊਜ਼ੀਅਮ 'ਚ ਬੜੀਆਂ ਚੀਜ਼ਾਂ ਵੇਖ ਕੇ ਆਇਆ ਮਹਾਰਾਜ ਜੀ ਦੀਆਂ, ਉਹ ਸਭ ਗੋਰੇ ਲੁੱਟ ਲੁੱਟ ਕੇ ਲੈ ਗਏ। ਇਉਂ ਜੇ ਗੁਰਦੁਆਰੇ ਭੇਟਾ ਕਰ ਦਈਏ ਤਾਂ ਉਹ ਨਾ ਰਹਿ ਜਾਂਦਾ, ਨਾਲੇ ਸਫਲ ਹੁੰਦਾ, ਰੱਬ ਵੱਲੋਂ ਵੀ ਸੱਚੇ ਰਹੀਦਾ। ਉਹ ਸਭ ਕੁਝ ਬੰਦਾ ਛੱਡ ਕੇ ਤੁਰ ਜਾਂਦਾ ਹੈ। ਅਤੇ ਇਸ ਲਈ ਗੁਰੂ ਘਰ ਦੀਆਂ ਚੀਜ਼ਾਂ 'ਤੇ ਤਰਕ ਨਹੀਂ ਕਰਨੀ ਚਾਹੀਦੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਬਖਸ਼ਿਸ਼ਾਂ ਕਰਨ। ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ ਗਹਿਣਿਆਂ ਬਾਬਤ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਨੇ ਗੌੜੀ ਬਾਮਣ ਅੱਖਰੀ ਮਹੱਲਾ ਪੰਜਵਾਂ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ, ਇਹ ਸਰਲੇਖ ਵਾਲੀ ਬਾਮਣ ਅੱਖਰੀ ਬਾਣੀ ਉਚਾਰੀ। ਜਿਹੜਾ ਗੁਰਦੇਵ ਮਾਤਾ ਵਾਲਾ ਸ਼ਬਦ ਹੈ ਪਹਿਲਾਂ ਵੀ ਰੱਖਿਆ ਅਤੇ ਅੰਤ ਦੇ ਵਿੱਚ ਵੀ ਰੱਖਿਆ। ਨਾਲ ਆਗਿਆ ਕੀਤੀ ਕਿ ਕੋਈ ਇਹ ਨਾ ਸਮਝੇ ਕਿ ਮੈਂ ਭੁਲੇਖੇ ਨਾਲ ਲਿਖ ਦਿੱਤਾ। ਇਹ ਸ਼ਲੋਕ ਆਦਿ ਅੰਤ ਪੜ੍ਹਨਾ, ਇਹ ਪਹਿਲਾਂ ਵੀ ਪੜ੍ਹਨਾ, ਬਾਅਦ ਵਿੱਚ ਵੀ ਪੜ੍ਹਨਾ। ਜਿੰਨੀ ਵਿਚਲੀ ਬਾਣੀ ਹੈ ਉਹ ਤਾਂ ਗਹਿਣਾ ਬਖਸ਼ੀ ਮਾਤਾ ਗੰਗਾ ਜੀ ਨੂੰ ਬਾਮਣ ਅੱਖਰੀ। ਸੰਸਕ੍ਰਿਤ ਦੇ 52 ਅੱਖਰ ਨੇ, ਇੱਕ ਇੱਕ ਅੱਖਰ ਦੁਆਰਾ ਉਪਦੇਸ਼ ਬਖਸ਼ਿਆ, ਜਿਵੇਂ 12ਵਾਂ ਜਾਂ ਰਹਿਣ ਦੇਣੋ ਚਾਰੇ। ਤੋ ਜਿਹੜਾ ਗੁਰਦੇਵ ਮਾਤਾ ਵਾਲਾ ਸ਼ਬਦ ਹੈ, ਇਹ ਸਮਝ ਲਓ ਕਿ ਡੱਬਾ ਦਿੱਤਾ। ਡੱਬੇ ਦਾ ਇੱਕ ਢੱਕਣ ਹੁੰਦਾ, ਇੱਕ ਤਲਾ ਹੁੰਦਾ, ਡੱਬੇ ਦੇ ਵਿੱਚ ਗਹਿਣਾ ਸਾਂਭਿਆ ਹੁੰਦਾ। ਇੰਝ ਬਾਮਣ ਅੱਖਰੀ ਮਾਤਾ ਗੰਗਾ ਜੀ ਦੇ ਪਰਤਾਏ ਉਚਾਰ ਕੇ ਅਤੇ ਡੱਬਾ ਬੰਦ ਕਰਕੇ ਸੋਹਣਾ ਬੜਾ ਬਣਾ ਕੇ ਮਾਤਾ ਗੰਗਾ ਜੀ ਨੂੰ ਆਖਿਆ, ਲਓ ਜੀ ਗੰਗਾ ਜੀ, ਇਹ ਗਹਿਣਾ ਤੁਸੀਂ ਪਹਿਨੋ। ਕਹਿਣ ਦਾ ਭਾਵ ਹੈ ਕਿ ਜੇ ਤੁਸੀਂ ਗਹਿਣਾ ਪਾਉਣਾ ਹੈ, ਆਪਦੀ ਸ਼ੋਭਾ ਵਧਾਉਣੀ ਹੈ, ਅਤੇ ਗੌੜੀ ਬਾਮਣ ਅੱਖਰੀ ਦਾ ਇਹ ਨਿਤਨੇਮ ਕਰੋ। ਸੋ ਪੰਜ ਗ੍ਰੰਥੀ ਭਾਈ ਮਨੀ ਸਿੰਘ ਨੇ ਬਣਾਈ ਹੈ, ਉਹਦੇ ਵਿੱਚ ਦੱਖਣੀ ਓਅੰਕਾਰ, ਸਿੱਧ ਗੋਸ਼ਟ ਅਤੇ ਬਾਮਣ ਅੱਖਰੀ ਗੁਰਬਾਣੀ ਦਰਜ ਕੀਤੀ ਹੈ। ਸੋ ਜਿਹੜੀਆਂ ਬੀਬੀਆਂ ਗੌੜੀ ਬਾਮਣ ਅੱਖਰੀ ਮਹੱਲਾ ਪੰਜਵਾਂ ਦਾ ਪਾਠ ਕਰਦੀਆਂ ਨੇ, ਉਹ ਗਹਿਣਿਆਂ ਤੋਂ ਵੀ ਵੱਧ ਸ਼ੋਭਾ ਪਾਉਂਦੀਆਂ ਨੇ। ਪੁਰਾਤਨ ਗੁਰਸਿੱਖ ਪੰਜ ਗ੍ਰੰਥੀ ਪੂਰੀ ਪੜ੍ਹਦੇ ਹੁੰਦੇ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਫਰਮਾਉਂਦੇ ਨੇ, ਐਸਾ ਸਿੰਗਾਰ ਬਣਾਏ ਤੋ। ਬਾਹਰਲੀਆਂ ਬੀਬੀਆਂ ਬਾਬਤ ਨਹੀਂ ਆਪਾਂ ਕੁਛ ਕਹਿੰਦੇ, ਜਿਹੜੀਆਂ ਗੁਰੂ ਘਰ ਵਾਲੀਆਂ ਬੀਬੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਗੁਰਮੁਖ ਬਣੋ। ਖਾਸ ਕਰਕੇ ਜਿਨ੍ਹਾਂ ਸਹਿਜ ਪਾਠ ਕਰਨਾ ਹੁੰਦਾ, ਮਹਾਰਾਜ ਦੀ ਹਜ਼ੂਰੀ ਵਿੱਚ ਜਾਣਾ ਹੁੰਦਾ, ਗੁਰਦੁਆਰਿਆਂ ਦੇ ਅੰਦਰ ਬੀਬੀਆਂ ਬੁੱਲਾਂ ਆਦਿਕ 'ਤੇ ਰੰਗ ਨਾ ਲਾਉਣ, ਕੋਈ ਗਹਿਣਾ ਪਾ ਕੇ ਮਹਾਰਾਜ ਦੀ ਹਜ਼ੂਰੀ 'ਚ ਨਾ ਬੈਠਣ। ਜਿਹੜੇ ਕੱਪੜੇ ਨੇ ਉਹ ਵੀ ਸੂਹਾ ਰੰਗ ਨਹੀਂ ਹੋਣਾ ਚਾਹੀਦਾ, ਵਸਤਰ ਬਿਲਕੁਲ ਫਿੱਕੇ ਰੰਗ ਦੇ ਹੋਣੇ ਚਾਹੀਦੇ ਨੇ। ਸੋ ਇਸ ਲਈ ਇਹ ਪਤ ਵਰਤਾ ਧਰਮ 'ਚ ਪ੍ਰਪੱਕ ਬੀਬੀ, ਤੂੰ ਅਜਿਹਾ ਜਪ ਤਪ ਸਾਧਨਾ ਰੂਪੀ ਸ਼ਿੰਗਾਰ ਬਣਾ। ਮੈਲਾ ਕਦੇ ਨਾ ਹੋਵਾਈ, ਜੋ ਕਦੇ ਵੀ ਬਾਣੀ ਦਾ ਸ਼ਿੰਗਾਰ ਮੈਲਾ ਨਹੀਂ ਹੋਵੇਗਾ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਾਨੂੰ ਜ਼ਬਾਨੀ ਯਾਦ ਹੋਣਾ ਚਾਹੀਦਾ ਹੈ। ਪੰਜ ਬਾਣੀਆਂ ਅਤੇ ਹੋਰ ਬਾਣੀਆਂ ਜਿੰਨੀਆਂ ਵੀ ਕਰ ਸਕੀਏ, ਇਹਦਾ ਨਿਤਨੇਮ ਹੋਵੇ, ਜਿਸ ਕਰਕੇ ਸਾਡੀ ਮਾਨਸਿਕ ਅਵਸਥਾ ਸ਼ਾਂਤ ਹੋ ਜਾਏ। ਅਹਨਿਸ ਲਾਗੈ ਪਾਓ, ਦਿਨ ਰਾਤ ਜਿਸ ਕਰਕੇ ਹੇ ਬੀਬੀ ਭੈਣਾ, ਇਹ ਜਗਿਆਸੂ ਹੈ ਗੁਰਸਿੱਖਾ, ਤੇਰਾ ਪਤੀ ਪਰਮਾਤਮਾ ਨਾਲ ਪ੍ਰੇਮ ਲੱਗ ਜਾਏ। ਨਾਨਕ ਸੁਹਾਗਨ ਕਾ ਕਿਆ ਚਿਹਨ ਹੈ। ਮਹਾਰਾਜ ਕਹਿੰਦੇ ਨੇ ਕਿ ਸੁਹਾਗਵੰਤੀ ਬੀਬੀ ਦਾ ਜਾਂ ਪਰਮੇਸ਼ਰ ਦੇ ਆਨੰਦ ਵਾਲੀ ਬੀਬੀ ਦਾ ਕੀ ਫਰਕ ਹੈ ਦੂਜੀਆਂ ਨਾਲੋਂ। ਮੈਂ ਦੇਵਾ ਜੀ ਦੇ ਦਰਸ਼ਨ ਕੀਤੇ ਨੇ। ਆ ਜਿਹੜੀ ਮਨੀਕਰਨ ਵਾਲੀ ਮਹਾਤਮਾ ਹੈ, ਉਹਦਾ ਪਿਓ ਮਹਾਤਮਾ ਸੀਗਾ ਜਿਹਨੇ ਮਨੀਕਰਨ ਗੁਰਦੁਆਰਾ ਬਣਾਇਆ। ਉਹਨੇ ਆਪਦੀ ਧੀ ਰਾਣੀ ਨੂੰ ਗੱਦੀ ਦਿੱਤੀ ਹੈ, ਉਹ ਕਿਸੇ ਨੂੰ ਮਿਲਦੀ ਨਹੀਂ, ਥੱਲੇ ਭੋਰੇ 'ਚ ਰਹਿੰਦੀ ਹੈ। ਅਤੇ ਪੰਜਾਂ ਪਿਆਰਿਆਂ ਦੇ ਨਾਲ ਗਏ, ਆਪਾਂ ਇੱਛਾ ਕੀਤੀ ਵੀ ਬੀਬੀ ਦੇ ਦਰਸ਼ਨ ਕਰਨੇ ਨੇ। ਉਹਦੇ ਵੱਲ ਵੇਖ ਕੇ ਭੁੱਖ ਲੱਥਦੀ, ਇੰਨਾ ਜਾਹੋ ਜਲਾਲ ਉਸ ਬੀਬੀ ਦਾ।
ਅਰ ਮਨ ਹਿਰਦਾ ਠੰਡਾ ਠਾਰ ਐਨ ਸ਼ਾਂਤਮਈ ਅਵਸਥਾ 'ਚ। ਜਿਸ ਤਰ੍ਹਾਂ ਦੇ ਤੁਹਾਡੇ ਮਨ ਦੀ ਭਾਵਨਾ ਹੋਊਗੀ ਉਸ ਤਰ੍ਹਾਂ ਦਾ ਦੂਜੇ 'ਤੇ ਅਸਰ ਹੋਊਗਾ। ਜਿਹਦਾ ਮਨ ਸੱਚਾ ਸੁੱਚਾ ਭਗਤੀ 'ਤੇ ਜੁੜਿਆ ਹੋਇਆ, ਬੇਬੇ ਨਾਨਕੀ ਜੀ ਦੇ ਦਰਸ਼ਨ ਕਰਨ। ਗੁਰੂ ਨਾਨਕ ਸਾਹਿਬ ਨੂੰ ਦੁਨੀਆ 'ਚੋਂ ਕੋਈ ਵੱਡਾ ਨਹੀਂ, ਜੇ ਵੱਡਾ ਤਾਂ ਦੱਸੋ। ਨਹੀਂ ਨਾ ਵੱਡਾ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਉਹ ਏਡੇ ਵੱਡੇ ਗੁਰੂ ਸਾਹਿਬ ਵੇਖੋ, ਖੁਦ ਪਰਮਾਤਮਾ ਬੇਬੇ ਨਾਨਕੀ ਦੇ ਦਰਸ਼ਨ ਕਰਨ ਆਉਂਦੇ। ਉਹ ਕਿੱਡੀ ਵੱਡੀ ਹੋਊਗੀ ਬੀਬੀ। ਜਿਹਦਾ ਸੁਭਾਅ ਚੰਗਾ ਹੋਵੇ, ਜਿਹਦਾ ਮਨ ਚੰਗਾ ਹੋਵੇ, ਅਤੇ ਉਹ ਭਾਵੇਂ ਬੀਬੀ ਹੋਈ ਆ, ਭਾਵੇਂ ਜਨਾਨੀ ਇਸਤਰੀ ਆ, ਉਹ ਰੱਬ ਦਾ ਰੂਪ ਹੀ ਆ। ਪੰਜਾਂ ਪਿਆਰਿਆਂ ਸਹਿਤ ਉਹ ਬੀਬੀ ਦੇ ਦਰਸ਼ਨ ਕੀਤੇ। ਤੁਸੀਂ ਵੀ ਕਿਤੇ ਜਾਇਓ, ਹੁਣ ਤਾਂ ਮੈਨੂੰ ਪਤਾ ਨਹੀਂ ਵੀ ਉਹੀ ਹੈ ਜਾਂ ਗੱਦੀ ਬਦਲ ਗਈ ਹੈ। ਨਾਲ ਛੋਟੀਆਂ ਛੋਟੀਆਂ ਲੜਕੀਆਂ ਉੱਥੇ ਕੀਰਤਨ ਕਰਦੀਆਂ, ਨਾਲ ਉਹਨਾਂ ਨੂੰ ਸਿਖਾਉਂਦੀ। ਆਪਦੇ ਕੋਲ ਧੂਪ ਦਿਖਾਈ ਹੋਈ, ਜਪ ਤਪ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੋਇਆ, ਅਤੇ ਚਿਹਰਾ ਹਸਮੁਖ, ਜਿਹੜਾ ਬਚਨ ਕਰਨਾ ਮੁਸਕਰਾ ਕੇ। ਅਤੇ ਇਹਨਾਂ ਉੱਥੇ ਸ਼ਾਂਤਮਈ ਮਾਹੌਲ। ਅਤੇ ਜਿਹੜਾ ਪ੍ਰਬੰਧ ਚਲਾਉਂਦੇ ਨੇ ਉਹਦੇ ਭੈਣ ਦੇ ਜਿਹੜੇ ਪਤੀ ਉਹ ਚਲਾਉਂਦੇ ਹਨ। ਇਹੋ ਜਿਹੀਆਂ ਬੀਬੀਆਂ ਜਿਹੜੀਆਂ ਨੇ ਉਹ ਚੜ੍ਹਦੀ ਕਲਾ ਵਾਲੀਆਂ ਹਨ। ਅੰਤ ਸੱਚ ਮੁਖ ਉਜਲਾ। ਜਿਹੜੀ ਬੀਬੀ ਸੁਹਾਗਵੰਤੀ, ਉਹਦੀ ਨਿਸ਼ਾਨੀ ਕੀ ਹੈ? ਉਹਦੇ ਚਿਹਰੇ 'ਤੇ ਲਿਖਿਆ ਹੋਊਗਾ ਵੀ ਇਹਦੋਂ ਅੰਦਰੋਂ ਆਨੰਦ ਪ੍ਰਾਪਤ ਹੋਇਆ। ਉਹਦਾ ਅੰਦਰਲਾ ਵੀ ਸੱਚਾ, ਕਿਉਂਕਿ ਉਹਦੇ ਅੰਦਰ ਸੱਚਾ ਨਾਮ ਵਸਿਆ ਹੋਇਆ ਹੈ, ਅਤੇ ਆਪ ਦੇ ਮੂੰਹ ਤੋਂ ਵੀ ਉਹ ਜਸ ਰੂਪ ਉਜਾਲੇ ਵਾਲਾ ਹੈ। ਆਸਮੈ ਮਹੇ ਸਮਾਏ। ਉਹ ਮਾਲਕ ਪਤੀ ਦੀ, ਪਰਮੇਸ਼ਰ ਦੀ ਸੇਵਾ ਕਰ ਕਰਕੇ, ਨਾਮ ਜਪ ਜਪ ਕੇ ਉਹਦਾ ਵਿੱਚ ਹੀ ਸਮਾ ਗਈ ਹੈ, ਉਹਦਾ ਰੂਪ ਹੀ ਹੋ ਗਈ ਹੈ। ਜਿਵੇਂ ਰਾਮ ਅਤੇ ਸੀਤਾ ਅਤੇ ਇੱਕੋ ਹੀ ਰੂਪ ਸੀਗੇ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਅਤੇ ਲੋਕ ਜਿਹੜੇ ਨਾਮ ਜਪਦੇ ਨੇ ਸੀਤਾ ਰਾਮ ਜਪਦੇ ਨੇ। ਕਿਉਂ ਭਲਾ? ਕਿਉਂਕਿ ਸੀਤਾ ਰਾਮ ਰਾਮ ਕਰਕੇ ਰਾਮ ਦਾ ਹੀ ਰੂਪ ਹੋ ਗਏ। ਜਿਹੜਾ ਸ਼ਿਵ ਜੀ ਅਤੇ ਪਾਰਵਤੀ ਹੈ, ਕਿਤੇ ਤੁਸੀਂ ਫੋਟੋ ਵੇਖੋ, ਅੱਧੀ ਪਾਰਵਤੀ ਦੀ ਹੁੰਦੀ, ਅੱਧੀ ਸ਼ਿਵ ਜੀ ਦੀ ਹੁੰਦੀ। ਪਾਰਵਤੀ ਸ਼ਿਵ ਜੀ ਤੋਂ ਵੱਖਰੀ ਰਹੀ ਹੋਈ ਨਹੀਂ। ਅਤੇ ਇੱਕ ਵਾਰ ਨਾਰਦ ਮੁਨੀ ਨੇ ਮਨ ਵਿਗਾੜਤਾ, ਕਹਿਣ ਲੱਗਾ ਵੀ ਇਹ ਕਮਲਾ ਸਾਧ ਮੜੀਆਂ 'ਚ ਤੈਨੂੰ ਲਈ ਫਿਰਦਾ, ਇਹਨੂੰ ਕਿਹਾ ਘਰ ਬਣਾ ਕੇ ਦੇ ਅਤੇ ਜੰਮਣ ਮਰਨ ਤੋਂ ਮੁਕਤ ਕਰ। ਅਤੇ ਉਹ ਫਿਰ ਵੀ ਪਾਰਵਤੀ ਨੇ ਸ਼ਰਧਾ ਰੱਖੀ। ਤੋ ਇਸ ਤਰ੍ਹਾਂ ਵੇਖੋ, ਮੜੀਆਂ ਵਿੱਚ ਰਹਿ ਕੇ ਅਕਤ ਧੂਰਾ ਖਾਂਦੇ, ਪਤੀ ਦੇ ਉੱਪਰ ਵੀ ਉਹਦੀ ਸ਼ਰਧਾ ਹੈ। ਤੋ ਅੱਧਾ ਸਰੀਰ ਪਾਰਵਤੀ ਦਾ, ਅੱਧਾ ਸ਼ਿਵ ਜੀ ਦਾ, ਕਿਉਂਕਿ ਉਹਦੇ ਵਿੱਚ ਸਮਾ ਗਈ ਸੇਵਾ ਕਰ ਕਰਕੇ। ਤੋ ਇਸ ਤਰੀਕੇ ਦੇ ਨਾਲ ਇਹੋ ਜਿਹੀਆਂ ਬੀਬੀਆਂ ਦਾ ਮੂੰਹ ਉਜਲਾ, ਜੋ ਪਤੀ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਉਹਦੇ 'ਚ ਰਾਮਾਇਣ 'ਚ ਲਿਖਿਆ ਹੋਇਆ ਹੈ ਵੀ ਜਿਹੜੇ ਪਤੀ ਨੂੰ ਪਰਮੇਸ਼ਰ ਮੰਨਦੀਆਂ, ਉਹ ਜਿੰਨਾ ਚਿਰ ਦੁਨੀਆ ਚੱਲਦੀ ਆ ਉਨਾ ਚਿਰ ਆਪਦੇ ਪਤੀ ਨਾਲ ਸਵਰਗ 'ਚ ਰਹਿੰਦੀਆਂ। ਅਤੇ ਜਿਹੜੇ ਆਪਦੇ ਪਤੀ ਨੂੰ ਮਰਦ ਜਾਣਦੀਆਂ ਅਤੇ ਦੂਜਿਆਂ ਨੂੰ ਇਸਤਰੀਆਂ ਜਾਣਦੀਆਂ, ਉਹ 5000 ਸਾਲ ਤੱਕ ਆਪਦੇ ਪਤੀ ਨਾਲ ਸਵਰਗ 'ਚ ਰਹਿੰਦੀਆਂ। ਅਤੇ ਜਿਨ੍ਹਾਂ ਦਾ ਮਨ ਤਾਂ ਡੋਲਦਾ ਪਰ ਸਰੀਰਕ ਤੌਰ 'ਤੇ ਚੜ੍ਹਦੀ ਕਲਾ 'ਚ ਰਹਿੰਦੀਆਂ, ਉਹ 500 ਸਾਲ ਤੱਕ ਆਪਦੇ ਪਤੀ ਨਾਲ ਸਵਰਗਾਂ ਵਿੱਚ ਵੱਸਦੀਆਂ। ਇਹ ਰਾਮਾਇਣ ਦੇ ਵਿੱਚ ਵਚਨ ਲਿਖੇ ਹੋਏ ਹਨ। ਤੋ ਜਿਹੜੇ ਆਪਦੇ ਪਤੀ ਪਰਮੇਸ਼ਰ ਵਿੱਚ ਹੀ ਲੀਨ ਹੋ ਜਾਂਦੀਆਂ, ਵਾਹਿਗੁਰੂ ਵਾਹਿਗੁਰੂ ਕਰਦੀਆਂ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਐਸੀਆਂ ਗੁਰਮੁਖ ਰੂਹਾਂ, ਗੁਰਮੁਖ ਇਸਤਰੀਆਂ ਚੜ੍ਹਦੀ ਕਲਾ ਵਾਲੀਆਂ, ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਲੋਕਾਂ ਵੇ ਹਾਉ ਸੁਹਾਵੀ। ਪਖੰਡੀ ਜੀਵ ਇਸਤਰੀ ਦੀ ਹਾਲਤ ਕਥਨ ਕਰਦੇ ਨੇ। ਉਹ ਕਹਿੰਦੀ ਹੈ, ਹੇ ਲੋਕੋ, ਮੈਂ ਹੀ ਸੂਹੇ ਲਿਬਾਸ ਵਾਲੀ ਹਾਂ, ਮੇਰੇ ਜਿੰਨਾ ਸੋਹਣਾ ਰੂਪ ਜਿਹੜਾ ਕਿਸੇ ਹੋਰ ਦਾ ਨਹੀਂ ਹੈ। ਸੂਹਾ ਵੇਸਕਾਰੀ। ਮੈਂ ਹੀ ਭਗਤੀ ਦਾ ਸੂਹਾ ਲਿਬਾਸ ਧਾਰਨ ਕਰਦੀ ਹਾਂ, ਕਿਸੇ ਹੋਰ ਦੇ ਕੱਪੜੇ ਨਹੀਂ ਚੰਗੇ, ਮੇਰੇ ਹੀ ਵਧੀਆ ਹਨ। ਅੱਗੋਂ ਮਹਾਤਮਾ ਕਹਿੰਦੇ ਨੇ, ਵੇਸੇ ਸਾਹੋ ਨਾ ਪਾਈਆ। ਇਹ ਮੇਰੀਏ ਭੈਣੇ, ਭੇਖਾਂ ਦੇ ਨਾਲ ਸੂਟ ਜਾਂ ਬਸਤਰ ਪਾਉਣ ਦੇ ਨਾਲ ਪਤੀ ਪਰਮੇਸ਼ਰ ਨਹੀਂ ਪਾਉਣਾ ਕਰੀਦਾ। ਆ ਜਿਹੜੇ
ਲਿਬਾਸ ਧਾਰਨੇ ਨੇ ਸਾਧੂ ਸੰਤਾਂ ਵਾਲੇ, ਇਹਦੇ ਨਾਲ ਹੀ ਕੇਵਲ ਰੱਬ ਨਹੀਂ ਪਾਈਦਾ। ਕਰ ਕਰ ਵੇਸ ਰਹੀ ਸਾਰੀ ਸ੍ਰਿਸ਼ਟੀ ਲਿਬਾਸ ਕਰ ਕਰਕੇ ਥੱਕ ਗਈ ਹੈ। ਨਾਨਕ ਤਿਨੀ ਸਹੁ ਪਾਇਆ। ਸਤਿਗੁਰੂ ਜੀ ਕਥਨ ਕਰਦੇ ਤਿੰਨਾਂ ਜੀਵ ਰੂਪ ਇਸਤਰੀਆਂ ਨੇ ਪਤੀ ਪਰਮੇਸ਼ਰ ਨੂੰ ਪਾਇਆ ਹੈ। ਜਿਨੀ ਗੁਰ ਕੀ ਸਿੱਖ ਸੁਣੀ। ਜਿਨ੍ਹਾਂ ਨੇ ਸ਼ਰਧਾ ਅਤੇ ਭਰੋਸੇ ਰੂਪ ਕੰਨਾਂ ਨਾਲ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣਿਆ ਹੈ, ਸ਼ਰਵਣ ਮੰਨਣ ਨਿਧਿਆਸਨ ਕੀਤਾ। ਸੋ ਗਾਵੀਆ ਸੁਣੀਐ ਮਰਖੀਐ ਭਾਉ, ਜਿਨ ਸੇਵਿਆ ਤਨ ਪਾਇਆ ਮਾਣ। ਇੰਜ ਜਿਨ੍ਹਾਂ ਸੁਣਿਆ ਮੰਨਿਆ ਅਤੇ ਨਿਧਿਆਸਨ ਕੀਤਾ, ਉਹ ਚੜ੍ਹਦੀ ਕਲਾ ਵਾਲੇ ਗੁਰਮੁਖ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ, ਜਿਨ੍ਹਾਂ ਕਲਗੀਧਰ ਦੀ ਰਚਨਾ ਤੋਂ 48 ਸਿੰਘਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਕਥਾ ਨੂੰ ਸੁਣਿਆ। ਜੋ ਤਿਸ ਭਾਵੈ ਸੋ ਥੀਐ। ਐਸਾ ਨਿਸ਼ਚਾ ਕਰੋ ਕਿ ਜੋ ਕੁਝ ਉਸ ਪਰਮੇਸ਼ਰ ਨੂੰ ਪਾਉਂਦਾ ਉਹੀ ਹੁੰਦਾ ਸੀ, ਹੁੰਦਾ ਹੈ ਤੇ ਹੋਵੇਗਾ। ਜਾਂ ਜੋ ਉਸ ਵਾਹਿਗੁਰੂ ਨੂੰ ਭਾ ਜਾਂਦੀ ਹੈ ਉਸੇ ਦਾ ਹੀ ਰੂਪ ਹੋ ਜਾਂਦੀ ਹੈ। ਇਨ ਬਿਦ ਕੰਤ ਮਿਲੀ। ਇਸ ਤਰੀਕੇ ਦੇ ਨਾਲ ਪਤੀ ਪਰਮੇਸ਼ਰ ਨੂੰ ਉਹ ਮਿਲ ਪੈਂਦੀ ਹੈ। ਗੱਲੀ ਹੋਂ ਸੁਹਾਗਣ ਭੈਣੇ, ਕੰਤਨ ਕਬਹੂ ਮੈਂ ਮਿਲਿਆ। ਗੱਲਾਂ ਗੱਲਾਂ 'ਚ ਤਾਂ ਸਾਰੇ ਸੁਹਾਗਣਾਂ ਵਾਲੇ, ਅਤੇ ਕਹਿੰਦੇ ਆਪਾਂ ਸੁਹਾਗਣ ਹਾਂ, ਪਰ ਪਤੀ ਪਰਮੇਸ਼ਰ ਕਦੀ ਮਿਲਿਆ ਹੀ ਨਹੀਂ। ਗੱਲ ਨਹੀਂ ਗਿਆਨ ਨਾਲ ਗੱਲਾਂ ਢੂੰਡੀਆਂ ਗੱਲਾਂ ਨਾਲ ਨਹੀਂ ਸਭ ਕੁਛ ਲੱਭਦਾ। ਤੋ ਜਿੰਨਾ ਚਿਰ ਕਮਾਈ ਨਾ ਹੋਵੇ, ਜੀਵਨ ਨਾ ਹੋਵੇ। ਪੌੜੀ ਇੰਜ ਮਾਰੇ ਕਹਿੰਦੇ ਤੂੰ ਉਪਦੇਸ਼ ਸੁਣ ਤੇ ਮੰਨ ਤਾਂ ਤੂੰ ਵਾਹਿਗੁਰੂ ਨੂੰ ਮਿਲੇਂਗੀ। ਤੀਜੇ ਪਾਤਸ਼ਾਹ ਪੌੜੀ ਉਚਾਰਦੇ ਨੇ, ਹੁਕਮੇ ਸ੍ਰਿਸ਼ਟ ਸਾਜੀਆਂ ਨਾ। ਇਹ ਪਰਮੇਸ਼ਰ ਤੂੰ ਆਪ ਦੇ ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਸਾਜਣਾ ਰਚਨਾ ਕੀਤੀ ਹੈ। ਬਹੁ ਪਿਤ ਸੰਸਾਰਾ। ਅਤੇ ਸੰਸਾਰ ਜਗਤ ਦੇ ਵਿੱਚ ਬਹੁਤ ਸਾਰਾ ਚੰਗਾ, ਬਹੁਤ ਸਾਰਾ ਪਿੱਤ ਚੋਗਾ ਭਾਵ ਰੋਜੀ ਦੇਣਾ ਕੀਤੀ ਹੈ। ਸਾਰੇ ਆਪੋ ਆਪਣੇ ਘਰਾਂ 'ਚ ਛਾਕੇ ਸੌਂਦੇ ਨੇ। ਰਜੋ ਗੁਣੀ, ਤਮੋ ਗੁਣੀ ਅਤੇ ਸਦੋ ਗੁਣੀ ਰੂਪ, ਉੱਤਮ ਮੱਧਮ ਕਨਿਸ਼ਟ, ਜਮਸ਼ਈ ਜਗਿਆਸੂ, ਤਤ ਬਿਤ ਆਦਿਕ ਬਹੁਤ ਤਰ੍ਹਾਂ ਦਾ ਜਗਤ ਰਚਨਾ ਕੀਤਾ ਹੈ। ਤੇਰਾ ਹੁਕਮ ਨ ਜਾਪੀ ਕੀਤੜਾ। ਸੋ ਹੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ, ਤੇਰਾ ਜਿਹੜਾ ਹੁਕਮ ਹੈ ਉਹ ਜਾਣਿਆ ਨਹੀਂ ਜਾ ਸਕਦਾ ਕਿ ਕਿੰਨਾ ਕੁ ਹੈ। ਸੱਚੇ ਲੱਖ ਅਪਾਰਾ। ਇਹ ਸਤ ਸਰੂਪ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ, ਤੇਰਾ ਹੁਕਮ ਜਾਣਿਆ ਨਹੀਂ ਜਾ ਸਕਦਾ ਕਿ ਕਿੰਨਾ ਕੁ ਹੈ। ਇਕਣਾ ਨੂੰ ਤੂੰ ਮੇਲ ਲਹਿ। ਕਈਆਂ ਗੁਰਮੁਖਾਂ ਨੂੰ ਤੂੰ ਸਤਿਗੁਰਾਂ ਦੀ ਸੰਗਤ ਦੁਆਰਾ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਗੁਰ ਸ਼ਬਦ ਵਿਚਾਰਾ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਉਪਦੇਸ਼ ਨੂੰ ਵਿਚਾਰਨਾ ਕੀਤਾ ਉਹਨਾਂ ਨੂੰ ਤੂੰ ਮੇਲ ਲੈਂਦਾ ਹੈ। ਸੱਚ ਰਤੇ ਸੇ ਨਿਰਮਲੇ। ਜੋ ਸੱਚੇ ਨਾਮ ਦੇ ਵਿੱਚ ਰੰਗੇ ਗਏ ਉਹ ਨਿਰਮਲੇ ਹਨ। ਨਿਰਮਲੇ ਪੰਥ ਵੀ ਹੈ। ਜਿਹੜੇ ਭਗਵੇਂ ਗੇਰੂ ਰੰਗੇ ਕੱਪੜੇ ਪਾਉਂਦੇ ਉਹ ਕਹਿੰਦੇ ਅਸੀਂ ਨਿਰਮਲੇ, ਅਤੇ ਮਾਰੇ ਕਹਿੰਦੇ ਉਹ ਨਿਰਮਲੇ ਨੇ ਜਿਹੜੇ ਸੱਚੇ ਨਾਮ 'ਚ ਰੰਗੇ ਗਏ। ਹਉਮੈ ਤਜ ਵਿਕਾਰਾ। ਕਿਉਂਕਿ ਉਹਨਾਂ ਨੇ ਹੰਗਤਾ, ਮਮਤਾ ਅਤੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਛੱਡਣਾ ਕੀਤਾ ਹੈ। ਜਿਸ ਤੂੰ ਮਿਲਾ ਹੈ ਸੋ ਤੁਧ ਮਿਲੈ। ਜਿਹਨੂੰ ਤੂੰ ਗੁਰੂ ਦੀ ਸੰਗਤ ਵਿੱਚ ਮਿਲਦਾ ਹੈ ਉਹ ਤੈਨੂੰ ਮਿਲਦਾ ਹੈ। ਸੋਈ ਸਚਿਆਰਾ। ਪਰ ਉਹੀ ਸੱਚ ਨੂੰ ਧਾਰਨ ਵਾਲਾ, ਸੱਚ ਦੀ ਪ੍ਰਾਪਤੀ ਵਾਲਾ ਗੁਰਮੁਖ ਹੈ, ਜਿਹਨੂੰ ਤੋਂ ਆਪ ਦੀ ਸੰਗਤ 'ਚ ਮੇਲ ਕੇ ਆਪਣੇ ਸਰੂਪ ਨਾਲ ਮੇਲ ਲਿਆ। ਅੱਜ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਜੋ ਹਰ ਮਹੀਨੇ ਦੇ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ, ਦਸਵੀਂ ਦੇ ਸ਼ੁਭ ਦਿਹਾੜੇ 'ਤੇ ਆਪ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਬਹੁ ਗਿਣਤੀ ਵਿੱਚ ਸੰਗਤਾਂ ਦੀ ਆਵਾਜਾਈ ਹੈ।
ਸ਼ਹੀਦਾਂ ਦੇ ਇਸ ਸਥਾਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ, ਸ਼ਹੀਦਾਂ ਦੀ ਪਵਿੱਤਰ ਯਾਦ ਹਮੇਸ਼ਾ ਲਈ ਸਾਡੇ ਮਨ 'ਚ ਵਸਾਓ ਔਰ ਉਹਨਾਂ ਤੋਂ ਸਿੱਖਿਆ ਲੈ ਕੇ ਅਸੀਂ ਆਪ ਦਾ ਜੀਵਨ ਉੱਚਾ ਚੁੱਕੀਏ। ਭਾਵ ਭਗਤੀ ਨਾਮਦਾਨ ਇਸ਼ਨਾਨ ਦੀ ਬਖਸ਼ਿਸ਼ ਹੋਵੇ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਸੱਚ ਰਤੇ ਸੇ ਨਿਰਮਲੇ ਹਉ ਮੈਂ ਤਾਜ ਵਿਕਾਰ, ਜਿਸ ਤੂੰ ਮਿਲ ਹੈ ਸੋ ਤੁਧ ਮਿਲੈ ਸੋਈ ਸਚਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਬਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਇ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਕੀ ਕਾਰੋ ਕਾਰੇ ਤੇਰਾ ਕਾਰਜ ਸਭ ਸਵਾਰਨ। ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ